ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਨਾਲ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਐਰੋ ਸਿਟੀ ਮੋਹਾਲੀ ਵੱਲੋਂ। ਜੇਕਰ ਤੁਹਾਡੇ ਮਨ ਦੇ ਵਿੱਚ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਪਲਾਟ ਲੈਣਾ ਚਾਹੁੰਦੇ ਹੋ ਮੋਹਾਲੀ ਚੰਡੀਗੜ੍ਹ ਜ਼ੀਰੋਪੁਰ ਖਰੜ ਦੇ ਵਿੱਚ ਤਾਂ ਸੰਪਰਕ ਕਰੋ 8936000000। ਦੂਜਾ ਨੰਬਰ ਹੈ ਜੀ 9855555960। ਬੇਕਰਸਵੀਲ ਏਰੀਏ 'ਚ ਬਿਜਲੀ ਦੇ ਬਿੱਲ ਘੱਟ ਕਰੋ, ਸੋਲਰ ਸਿਸਟਮ ਲਵਾਓ ਨਾ। ਸੰਪਰਕ ਕਰੋ ਜੀ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 ਤੇ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਲੋਕਲ ਜੌਬ ਦਿੰਦੀ ਹੈ ਜੀ। ਰੋਜ਼ਾਨਾ ਤੁਸੀਂ ਘਰੇ ਜਾ ਸਕਦੇ ਹੋ, ਪੰਜਾਬੀ ਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਦਿੱਲੀ ਦੀਆਂ ਚੋਣਾਂ ਦਾ ਫਿਰ ਐਲਾਨ ਹੋ ਗਿਆ। ਕੀ ਲੱਗਦਾ ਹੈ ਵੀ ਜਿਵੇਂ ਅਕਾਲੀ ਦਲ ਦੀ ਬਾਲਟੀ ਜਿਹੜੀ ਹੈ ਉਹਦੀ ਰੱਸੀ ਟੁੱਟ ਗਈ ਸੀਗੀ, ਉਹ ਫਿਰ ਵੱਜ ਗਈ ਹੈ ਉਹਦੇ ਨਾਲ? ਰੱਸੀ ਟੁੱਟੀ ਹੈ ਜਾਂ ਵੱਜਣੀ ਹੈ, ਸਵਾਲ ਤਾਂ ਹੈ ਕਿ ਬਾਲਟੀ ਭਰਦੀ ਹੈ ਕਿ ਨਹੀਂ ਭਰਦੀ। ਖੂਜ ਤਾਂ ਸਿੱਟਣਗੇ। ਪਿਛਲੀ ਵਾਰੀ ਜਦੋਂ ਚੋਣਾਂ ਹੋਈਆਂ ਸੀ ਉਹ ਚੋਣਾਂ ਦਿੱਲੀ ਦੀਆਂ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਲੜੀਆਂ ਗਈਆਂ ਸੀ ਜੀ। ਉਹਨਾਂ ਦਿਨਾਂ ਦੇ ਵਿੱਚ ਮਨਜੀਤ ਸਿੰਘ ਜੀਕੇ ਨੇ ਬਾਦਲ ਪਰਿਵਾਰ ਨੂੰ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ ਸੀ ਕਿ ਕਿਰਪਾ ਕਰਕੇ ਤੁਸੀਂ ਦਿੱਲੀ ਨਾ ਆਇਓ ਜੀ, ਤੁਸੀਂ ਦਿੱਲੀ ਤੋਂ ਬਾਹਰ ਰਹੋ, ਅਸੀਂ ਚੋਣ ਆਪਣੀ ਆਪ ਲੜਾਂਗੇ। ਔਰ ਉਹਨੇ ਬਾਦਲ ਪਰਿਵਾਰ ਦੀਆਂ ਤਸਵੀਰਾਂ ਵੀ ਇਸਤੇਮਾਲ ਨਹੀਂ ਸੀ ਕੀਤੀਆਂ ਜੀ। ਜੇ ਕਿਸੇ ਕੈਂਡੀਡੇਟ ਨੇ ਜਾਂ ਕੁਛ ਵਰਕਰਾਂ ਨੇ ਆਪਣੇ ਪੱਧਰ 'ਤੇ ਲਵਾ ਦਿੱਤੇ ਸੀ ਕੋਈ ਹੋਰਡਿੰਗਸ ਵਗੈਰਾ, ਅਤੇ ਉਹਨੇ ਉਹ ਵੀ ਹਟਵਾ ਦਿੱਤੇ ਸੀ। ਕਾਰਨ ਉਹਦਾ ਇਹ ਸੀ ਵੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬੇਅਦਬੀ ਕਾਂਡ ਦੀ ਵਜ੍ਹਾ ਕਾਰਨ ਤੋਏ ਹੋਈ ਪਈ ਸੀ ਸਾਰੇ ਪਾਸੇ ਜੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ, ਉਸ ਬੇਅਦਬੀ ਨੂੰ ਜਿਸ ਢੰਗ ਦੇ ਨਾਲ ਬਾਦਲ ਪਰਿਵਾਰ ਨੇ ਇਗਨੋਰ ਕੀਤਾ ਸੀ ਜੀ, ਔਰ ਜਿਵੇਂ ਡੇਰਾ ਸੱਚਾ ਸੌਦੇ ਵਾਲੇ ਸਾਧ ਦੀਆਂ ਵੋਟਾਂ ਲੈਣ ਵਾਸਤੇ ਉਹਨੂੰ ਮਾਫੀਨਾਮਾ ਦਿੱਤਾ, ਜਿਵੇਂ ਉਹਦੇ ਖਿਲਾਫ ਕੇਸ ਰਜਿਸਟਰ ਹੋਇਆ ਸੀ ਉਸ ਕੇਸ ਨੂੰ ਰੱਦ ਕਰਵਾਉਣ ਦਾ ਯਤਨ ਕੀਤਾ। ਇਹਨਾਂ ਸਾਰੀਆਂ ਚੀਜ਼ਾਂ ਨੇ ਦਿੱਲੀ ਦੀ ਜਿਹੜੇ ਸਿੱਖਾਂ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਜੀ ਜੀ। ਇੱਥੇ ਮੈਂ ਜ਼ਿਕਰ ਕਰ ਦੇਵਾਂ ਕਿ ਅਸੀਂ ਠੇਕਾ ਬਹੁਤ ਵੱਡਾ ਲੈ ਲੈਂਦੇ ਹਾਂ ਪੰਜਾਬ ਵਾਲੇ। ਕਈ ਵਾਰੀ ਅਸੀਂ ਕਹਿ ਦਿੰਦੇ ਕਿ ਸਿੱਖੀ ਪੰਜਾਬ 'ਚ ਹੀ ਹੈ, ਪਰ ਮੈਂ ਇਹਦੇ ਨਾਲ ਸਹਿਮਤ ਨਹੀਂ। ਨਾ, ਸਿੱਖੀ ਤਾਂ ਦਿੱਲੀ 'ਚ ਹੀ ਵੇਖ ਲਓ। ਸਿੱਖ ਭਾਈਚਾਰੇ ਦੀ ਬਹੁ ਗਿਣਤੀ ਪੰਜਾਬ 'ਚ ਜ਼ਰੂਰ ਹੈ, ਲੇਕਿਨ ਸਿੱਖੀ ਜਿਹੜੀ ਹੈਗੀ ਹੈ, ਜਿਹੜੀ ਪਰਪੱਕ ਸਿੱਖੀ ਕਹਿ ਦਿੰਦੇ ਅਸੀਂ, ਉਹ ਪੰਜਾਬ 'ਚ ਹੈ ਨਹੀਂ ਗੀ। ਨਾ, ਪੰਜਾਬ ਦੇ ਨਾਲ ਉਹ ਸਿੱਖੀ ਪਰਪੱਕ ਹੈ ਥੋੜ੍ਹੀ ਜਿਹੀ ਹਰਿਆਣੇ ਦੇ ਵਿੱਚ ਜੀ, ਰਾਜਸਥਾਨ ਦੇ ਵਿੱਚ ਵੀ ਹੈ, ਤੇ ਜੇ ਇਸ ਖਿੱਤੇ ਦੇ ਵਿੱਚੋਂ ਅਸੀਂ ਦੇਖਣਾ ਹੋਵੇ ਤਾਂ ਦਿੱਲੀ ਦੇ ਵਿੱਚ ਹੈ ਜੀ ਜੀ। ਕਿਉਂਕਿ ਦਿੱਲੀ ਦੀ ਜਿਹੜੀ ਸਿੱਖੀ ਹੈ, ਦਿੱਲੀ ਦੇ ਵਿੱਚ ਜਿਹੜੇ ਸਿੱਖ ਲੋਕ ਹੈ, ਉਹਨਾਂ ਦੀ ਸਾਰੀ ਸਾਨੂੰ ਬਣਤਰ ਵੀ ਦੇਖਣੀ ਪੈਣੀ ਹੈ ਕਿ ਕਿਸ ਕਿਸਮ ਦੀ ਜੀ। ਪੰਜਾਬ ਦੇ ਉੱਤੇ ਸਿੱਖੀ, ਪੰਜਾਬ ਦੇ ਵਿੱਚ ਸਿੱਖੀ ਦੇ ਉੱਤੇ ਕੰਟਰੋਲ ਹੈ ਜੱਟ ਭਾਈਚਾਰੇ ਦਾ ਜੀ, ਖਾਂਦੇ ਪੀਂਦੇ ਜੱਟ ਭਾਈਚਾਰੇ ਦਾ। ਤੇ ਇਹ ਉਹ ਜੱਟ ਭਾਈਚਾਰਾ ਹੈ ਜਿਸ ਜੱਟ ਭਾਈਚਾਰੇ ਨੂੰ ਦਲਿਤ ਭਾਈਚਾਰੇ ਦੀ ਸਰਦਾਰੀ ਪ੍ਰਵਾਨ ਨਹੀਂ। ਸਰਦਾਰੀ ਤਾਂ ਵੱਖਰੀ ਗੱਲ ਹੈ, ਉਹਨਾਂ ਦੀ ਬਰਾਬਰਤਾ ਵੀ ਪ੍ਰਵਾਨ ਨਹੀਂ। ਅਸੀਂ ਦੇਖਿਆ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰ ਬਣੇ ਹੋਏ ਹੈ, ਹੁਣ ਥੋੜ੍ਹੀ ਜਿਹੜੀ ਹੈ ਲੋਕਾਂ ਦੇ ਵਿੱਚ ਜਿਹੜੀ ਹੈ ਸੋਚ ਤਬਦੀਲੀ ਹੋਈ ਹੈ ਕਿ ਉਹਨਾਂ ਨੂੰ ਕੋਈ ਬਹੁਤੀ ਹੈ ਨਹੀਂ। ਪਰ ਪਿਛਲੇ ਅੱਜ ਤੋਂ 20-30 ਸਾਲਾਂ ਦੀ ਗੱਲ ਕਰੀਏ ਤਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਗੁਰੂ ਘਰਾਂ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਸਾਰਿਆਂ ਦੇ ਨਾਲ ਲੰਗਰ ਛਕਣ ਦੀ ਇਜਾਜ਼ਤ ਹੈ ਜੀ ਜੀ। ਹੁਣ ਵੀ ਪੰਜਾਬ ਦੇ ਵਿੱਚ ਕਈ ਗੁਰਦੁਆਰੇ ਜਾਂ ਡੇਰੇ ਹੈਗੇ ਹੈ ਜੀ, ਜਿੱਥੇ ਜਿਹੜੇ ਹੈਗੇ ਦਲਿਤ ਭਾਈਚਾਰੇ ਨੂੰ ਦੇਖ ਕੇ ਰੰਗ ਪੱਕਾ ਦੇਖ ਕੇ ਪਾਸੇ ਕਰ ਦਿੱਤਾ ਜੀ ਜੀ। ਆਪਣੇ ਨਾਲ ਹੀ ਰੂਮੀ ਵਾਲਾ ਡੇਰਾ ਪੁੱਛੋ, ਇੱਥੇ ਇਸ ਕਿਸਮ ਦੀ ਗੱਲ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਡੇਰੇ ਦੀ ਮਾਨਤਾ ਪੰਜਾਬ ਦੇ ਦੋਨੇ ਵੱਡੇ ਘਰ ਕਰਦੇ, ਕਾਂਗਰਸ ਵਾਲੇ ਵੀ ਅਕਾਲੀ ਦਲ ਵਾਲੇ ਵੀ। ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਹੈਗੀ ਹੈ, ਜਦੋਂ ਵੀ ਮੌਕਾ ਮਿਲਦਾ ਉਹ ਇੱਥੇ ਮੱਥਾ ਟੇਕਣ ਜਾਂਦੇ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਜਦੋਂ ਵੀ ਕੋਈ ਮੁਹਿੰਮ ਸ਼ੁਰੂ ਕਰਨੀ ਹੁੰਦੀ ਹੈ ਉਹ ਇੱਥੇ ਹੁੰਦੀ ਹੈ। ਔਰ ਇਹਦੇ 'ਚ ਹੁਣ ਅਸੀਂ ਕਈ ਵਾਰੀ ਇਹ ਕਹਿ ਦਿੰਦੇ ਹਾਂ ਕਿ ਦਲਿਤ ਭਾਈਚਾਰਾ ਸਿੱਖੀ ਤੋਂ ਦੂਰ ਕਿਉਂ ਜਾ ਰਿਹਾ, ਉਹ ਡੇਰੇ ਵੱਲ ਕਿਉਂ ਜਾ ਰਿਹਾ। ਡੇਰਿਆਂ ਵੱਲ ਜਾਣ ਦਾ ਵੱਡਾ ਕਾਰਨ ਇਹ ਹੈ ਕਿਉਂਕਿ ਸਾਡੀ ਮਾਨਸਿਕਤਾ ਦੇ ਵਿੱਚੋਂ ਹਜੇ ਤੱਕ ਜਿਹੜੀ ਰੰਗਰੇਟੇ ਗੁਰ ਕੇ ਵੇਟੇ ਕਹੇ ਸੀ ਗੁਰੂ ਸਾਹਿਬ ਨੇ, ਉਹ ਸਾਡੀ ਜਿਹੜੀ ਹੈਗੀ ਹੈ ਮਾਨਸਿਕਤਾ ਦੇ ਵਿੱਚ ਨਹੀਂ। ਅਸੀਂ ਗੱਲ ਜ਼ਰੂਰ ਕਰ ਲੈਂਦੇ ਹਾਂ, ਵਡਿਆ ਜ਼ਰੂਰ ਲੈਂਦੇ ਹਾਂ, ਉਹਨਾਂ ਤੋਂ ਜਦੋਂ ਕੰਮ ਲੈਣਾ ਹੁੰਦਾ ਸਾਰੀਆਂ ਗੱਲਾਂ ਕਹਿ ਦਿੰਦੇ ਹਾਂ, ਲੇਕਿਨ ਅਸੀਂ ਕਦੇ ਉਹਨਾਂ ਨੂੰ ਆਪਣਾ ਹਿੱਸਾ ਨਹੀਂ ਮੰਨਿਆ ਜੀ ਜੀ। ਸੋ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਹੈ
ਉਹ ਸਿੱਖ ਭਾਈਚਾਰਾ ਉਹ ਹੈ ਜਿਹਦੇ ਵਿੱਚ ਬਹੁਤਾਤ ਜਿਹੜੀ ਹੈਗੀ ਹੈ ਬੈਕਵਰਡ ਕਲਾਸਿਸ ਦੀ ਜੀ। ਕਿਉਂਕਿ ਜਦੋਂ ਨਵੀਂ ਦਿੱਲੀ ਦੀ ਉਸਾਰੀ ਹੋਈ ਹੈ, ਕੰਸਟਰਕਸ਼ਨ ਹੋਈ ਹੈ, ਇਤਿਹਾਸ ਦੀਆਂ ਗੱਲਾਂ ਹੈ। ਪੁਰਾਣੀ ਦਿੱਲੀ ਜਿਹੜੀ ਹੈਗੀ ਉਹ ਤਾਂ ਮੁਗਲਾਂ ਦੀ ਦਿੱਲੀ ਸੀ। ਹਾਂਜੀ, ਜਦੋਂ ਉਦੋਂ ਕੰਸਟਰਕਸ਼ਨ ਹੋਈ ਹੈ ਉਦੋਂ ਕਾਫੀ ਸਾਰੇ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਹੈਗੇ ਆ, ਜਿਹੜੇ ਪਛੜੀਆਂ ਸ਼੍ਰੇਣੀਆਂ ਨਾਲ, ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਆਪਣੇ ਤੁਹਾਡੇ ਕਾਰਪੈਂਟਰ ਜਾਂ ਚਿਣਾਈ ਵਾਲੇ ਮਿਸਤਰੀ ਵਗੈਰਾ, ਜਿਹੜੇ ਸਾਰੇ ਦੇ ਸਾਰੇ ਗਏ ਸੀ। ਉਹ ਆਪਣੇ ਨਾਲ ਦੂਜਿਆਂ ਨੂੰ ਵੀ ਨਾਲ ਲੈ ਕੇ ਗਏ ਸੀ, ਕਿਉਂਕਿ ਬੇਰੁਜ਼ਗਾਰੀ ਸੀ ਜੀ। ਉਹਨਾਂ ਦਿਨਾਂ ਦੇ ਵਿੱਚ ਨੌਕਰੀ ਅੰਗਰੇਜ਼ੇ ਲੈ ਕੇ ਵੀ ਗਏ ਆ। ਜੇ ਦੇਖੋ ਅਸਾਮ ਵੀ ਲੈ ਕੇ ਗਏ ਨੇ, 30 ਸਟੇਟ ਬਣਾਏ ਅੰਗਰੇਜ਼ ਲੈ ਕੇ ਗਏ। ਸ਼ਿਲੌਂਗ ਵੀ ਦੇਖੋ ਆਪਣੇ ਕੋਲੇ, ਉਹ ਤਾਂ ਬਹੁਤ ਦੂਰ ਤੱਕ ਲੈ ਕੇ ਗਏ ਨਾ ਅੰਗਰੇਜ਼। ਲੇਕਿਨ ਇੱਥੋਂ ਮਾਲਵੇ ਦੇ ਵਿੱਚੋਂ ਉੱਠ ਕੇ, ਪੰਜਾਬ ਦੇ ਪਿੰਡਾਂ ਦੇ ਵਿੱਚ ਉੱਠ ਕੇ ਜਿਹੜੇ ਲੋਕ ਗਏ ਆ ਉੱਥੇ, ਉਹ ਜ਼ਿਆਦਾ। ਹਾਂਜੀ, ਉਹਨਾਂ ਦਾ ਜਿਹੜਾ ਹੈਗਾ। ਜਾਂ ਫਿਰ ਜਦੋਂ 1947 ਦੇ ਵਿੱਚ ਭਾਰਤ ਦੀ ਵੰਡ ਹੋਈ ਹੈ ਜੀ, ਤੇ ਉਦੋਂ ਸਾਡੀ ਆਬਾਦੀ ਦਾ ਤਬਾਦਲਾ ਹੋਇਆ। ਉਦੋਂ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ, ਜਿਹੜੇ ਦਿੱਲੀ ਤੋਂ ਪਾਕਿਸਤਾਨ ਚੋਂ ਉਜੜ ਕੇ ਆਏ ਸੀ ਤੇ ਉਹਨਾਂ ਨੇ ਦਿੱਲੀ ਚ ਆ ਕੇ ਆਪਣਾ ਵਾਸਾ ਕੀਤਾ ਸੀ ਜੀ। ਉਹ ਲੋਕ ਹੈ, ਉਹਨਾਂ ਦਾ ਸਿੱਖ ਧਰਮ ਦੇ ਵਿੱਚ ਜਿਹੜਾ ਹੈਗਾ ਅਟੁੱਟ ਵਿਸ਼ਵਾਸ ਹੈ ਜੀ। ਤੁਸੀਂ ਦੇਖੋ ਕਿ ਸਾਡੇ ਪੰਜਾਬ ਦੇ ਵਿੱਚ ਮੇਰੇ ਵਰਗੇ ਬੰਦੇ ਤੁਹਾਨੂੰ ਬਹੁਤ ਮਿਲ ਜਾਣਗੇ ਜਿਨ੍ਹਾਂ ਦੀ ਦਾੜੀ ਵੀ ਕਤਰੀ ਹੈ, ਵਾਲ ਵੀ ਕਤਰੇ ਹੋਏ ਹੈ। ਲੇਕਿਨ ਦਿੱਲੀ ਦੇ ਵਿੱਚ ਨੌਜਵਾਨ ਪੀੜ੍ਹੀ ਦੇਖ ਲਓ ਤੁਸੀਂ, ਜਿਹੜੇ ਸਿੱਖ ਭਾਈਚਾਰੇ ਦੇ ਵਿੱਚੋਂ ਆਉਂਦੇ ਆ। ਠੀਕ ਹੈ, ਕੁਛ ਦੀਆਂ ਸ਼ੇਪਸ ਵਗੈਰਾ ਕੀਤੀਆਂ ਹੋਈਆਂ, ਕੁਛ ਸਿੱਖ ਨੇ ਆਪਣੇ ਜਿਹੜੇ ਹੈਗੇ ਟ੍ਰਿਮਿੰਗ ਵੀ ਕਰਵਾਈ ਹੋਈ ਹੈ, ਵਾਲ ਵੀ ਕਤਰੇ ਹੋਏ ਹੈ। ਲੇਕਿਨ ਜੇ ਆਮ ਦੇਖੀਏ ਤਾਂ ਸਾਨੂੰ ਸਿੱਖੀ ਸਰੂਪ ਉੱਥੇ ਮਿਲਦਾ ਹੈ ਜੀ। ਇਸ ਲਈ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਦੋਂ ਉਹਨਾਂ ਨੇ ਕਹਿ ਦਿੱਤਾ ਸੀ ਜੀ ਵੀ ਤੁਸੀਂ ਇੱਥੇ ਕਿਰਪਾ ਕਰਕੇ ਆਪਣੀਆਂ ਤਸਵੀਰਾਂ ਵੀ ਵਾਪਸ ਲੈ ਜਾਓ। ਉਹਨਾਂ ਨੂੰ ਇਹ ਪਤਾ ਸੀ ਕਿ ਬਾਦਲ ਪਰਿਵਾਰ ਨੂੰ ਦੇਖ ਕੇ ਲੋਕਾਂ ਨੇ ਸਾਡਾ ਇੱਥੇ ਵਿਰੋਧ ਕਰਨਾ। ਔਰ ਤੁਸੀਂ ਦੇਖੋ ਕਿ ਬਾਦਲ ਪਰਿਵਾਰ ਦੀ ਮੌਜੂਦਗੀ ਤੋਂ ਬਗੈਰ ਜਿਹੜੀਆਂ ਉਹਨਾਂ ਨੇ ਚੋਣਾਂ ਲੜੀਆਂ ਸੀ, ਉਹਨਾਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇੱਕ ਵੱਖਰੀ ਗੱਲ ਹੈ ਕਿ ਉਸ ਵੇਲੇ ਪੰਜਾਬ ਦੇ ਵਿੱਚ ਹੁਕੂਮਤ ਅਕਾਲੀ ਦਲ ਬਾਦਲ ਦੀ ਸੀ। ਉਦੋਂ ਵੱਡੇ ਵੱਡੇ ਪੁਲਿਸ ਅਫਸਰਾਂ ਨੇ ਕੌਣ ਲੋਕ ਕਿੱਥੇ ਬੈਠੇ ਆ ਪੰਜਾਬ 'ਚ, ਉਹਨਾਂ ਦੇ ਕੀ ਕਨੈਕਸ਼ਨ ਹੈ, ਉਹ ਸਭ ਮਦਦ ਕੀਤੀ। ਉਹਨਾਂ ਨੇ ਸਭ ਨੇ ਮਦਦ ਕੀਤੀ ਸੀ। ਪੁਲਿਸ ਨੇ ਜਾ ਕੇ ਵੋਟਾਂ ਵੀ ਪਾਈਆਂ ਸੀ। ਇਹ ਸਾਰਾ ਕੁਝ ਹੁੰਦਾ ਰਿਹਾ ਜੀ। ਪਰ ਉਦੋਂ ਜਿੱਤ ਗਏ ਸੀ। ਹੁਣ ਜੇ ਆਪਾਂ ਦਿੱਲੀ ਦੀ ਹਾਲਤ ਦੇਖੀਏ ਤਾਂ ਦਿੱਲੀ ਦੀ ਹਾਲਤ ਕੀ ਹੈ? ਦਿੱਲੀ ਦੀ ਹਾਲਤ ਇਹ ਹੈ ਕਿ ਦਿੱਲੀ ਦੇ ਸਿੱਖ ਜਿਹੜੇ ਹੈਗੇ ਆ ਉਹ ਬਟੇ ਹੋਏ ਆ, ਅਕਾਲੀ ਦਲ ਬਟਿਆ। ਮਨਜੀਤ ਸਿੰਘ ਜੀਕੇ ਨੂੰ ਅਕਾਲੀ ਦਲ ਦੇ ਵਿੱਚੋਂ ਬਾਹਰ ਕਰਤਾ। ਮਨਜੀਤ ਸਿੰਘ ਜੀਕੇ ਜਥੇਦਾਰ ਸੰਤੋਖ ਸਿੰਘ ਦਾ ਬੇਟਾ ਹੈ, ਔਰ ਜਥੇਦਾਰ ਸੰਤੋਖ ਸਿੰਘ ਨੇ ਜਿਹੜੇ ਦਿੱਲੀ ਦੇ ਵਿੱਚ ਕੰਮ ਕਰਾਏ ਆ, ਉਹਦਾ ਬਹੁਤ ਵੱਡਾ ਅਸਰ ਹੈ। ਉਦੋਂ ਵੀ ਮਨਜੀਤ ਸਿੰਘ ਜੀਕੇ ਦੀ ਜਿਹੜੀ ਪਰਸਨੈਲਿਟੀ ਹੈ, ਉਹ ਪਰਸਨੈਲਿਟੀ ਬਾਦਲਾਂ ਦੇ ਨਾਲੋਂ ਅਪ ਸੀ। ਉਸ ਪਰਸਨੈਲਿਟੀ ਦੀ ਵਜ੍ਹਾ ਕਾਰਨ ਵੀ ਪਏ ਆ ਉਹ ਲੋਕ ਜਿਹੜੇ ਹੈਗੇ ਆ, ਕਾਫੀ ਸਾਰੇ ਲੋਕ ਉਹਨਾਂ ਦੇ ਨਾਲ ਹੈ। ਇੱਕ ਦੂਜੀ ਗੱਲ ਹੈ, ਮਨਜਿੰਦਰ ਸਿੰਘ ਸਿਰਸਾ ਜਿਹੜਾ ਹੈ ਉਹ ਮਲਵਈ ਹੈ। ਉਹ ਮਲਵਈ ਹੈ, ਜੱਟ ਸਿੱਖ ਹੈ। ਉਹ ਹੁਣ ਕਿੰਨਾ ਕੁ ਮਤਲਬ ਹੁਣੇ ਠੀਕ ਹੈ ਕਿ ਜਿਹੜੇ ਆ ਕਿਸਾਨ ਅੰਦੋਲਨ ਹੋਇਆ ਉਹਦੇ 'ਚ ਕਾਫੀ ਉਹਨੇ ਭੱਜ ਨੱਠ ਕੀਤੀ ਹੈ। ਲੇਕਿਨ ਉਹ ਦਿੱਲੀ ਦਾ ਜਿਹੜਾ ਮੂਲ ਵਸਨੀਕ ਆ ਉਹਨੂੰ ਕਿੰਨਾ ਕੁ ਪ੍ਰਭਾਵਿਤ ਇਹ ਇਸ ਗੱਲ ਤੇ ਨਿਰਭਰ ਹੈ। ਦੂਸਰੇ ਪਾਸੇ ਜੇ ਅਸੀਂ ਦੇਖੀਏ ਤਾਂ ਸਰਨਾ ਭਰਾਵਾਂ ਦਾ ਜਿਹੜਾ ਗ੍ਰਾਫ ਪਹਿਲਾਂ ਡਾਊਨ ਸੀ, ਉਹ ਹੁਣ ਅਪ ਹੈ। ਭਾਈ ਰਣਜੀਤ ਸਿੰਘ ਦਾ ਵੀ ਉੱਥੇ ਅਸਰ ਸੂਖ ਚੰਗਾ ਹੈ, ਉਹਨਾਂ ਦਾ ਵੀ ਹੈਗਾ। ਭਾਈ ਰਣਜੀਤ ਸਿੰਘ ਹੋਰਾਂ ਦਾ ਪ੍ਰਭਾਵਸ਼ਾਲੀ ਅਸਰ ਸੂਖ ਹੈ। ਉੱਥੇ ਆਮ ਆਦਮੀ ਪਾਰਟੀ ਨੇ ਵੀ ਆਪਣਾ ਇੱਕ ਵਿੰਗ ਬਣਾਇਆ ਹੋਇਆ ਸਿੱਖਾਂ ਵਾਲੇ ਪਾਸੇ। ਸੋ ਅਸੀਂ ਕੋਈ ਇਹ ਹੁਣ ਹੁਕੂਮਤ ਵੀ ਹੈ ਨਹੀਂ, ਉਦੋਂ ਹੁਕੂਮਤ ਵੀ ਸੀ। ਹੁਣ ਬੀਜੇਪੀ ਨਾਲ ਵੀ ਅਣਬਣਾ ਜੇ ਆਪਾਂ ਆਖੀਏ ਤਾਂ। ਹਾਂ ਚਲੋ, ਬੀਜੇਪੀ ਵੀ ਅੱਗੇ ਮਦਦ ਕਰਦੀ ਸੀ, ਹੁਣ ਬੀਜੇਪੀ ਨੇ ਨਹੀਂ ਮਦਦ ਕਰਨੀ। ਔਰ ਇਹਨਾਂ ਹਾਲਤਾਂ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਵੀ ਕੀ ਅਕਾਲੀ ਦਲ ਜਿੱਤ ਪ੍ਰਾਪਤ ਕਰ ਜੂ, ਇਹਨਾਂ ਦੀ ਬਾਲਟੀ ਭਰ ਜੂ ਜਾਂ ਨਹੀਂ ਭਰੂ, ਮੈਨੂੰ ਸ਼ੱਕ ਹੈ ਕਿ ਬਾਲਟੀ ਐਤਕੀ ਊਣੀ ਰਹੂਗੀ, ਭਰਨੀ ਨਹੀਂ। ਅੱਛਾ ਢਿੱਲੋਂ ਸਾਹਿਬ, ਚਲੋ ਆਪਾਂ ਬਾਦਲ ਪਰਿਵਾਰ ਦੀ ਤਾਂ ਆਪਾਂ ਗੱਲ ਕਰ ਲਈ, ਇਹਨਾਂ ਨੂੰ ਕਰ ਲਿਆ, ਪਰ ਦੂਸਰੇ ਪਾਸੇ ਸਰਨੇ ਦੀ ਵੀ ਗੱਲ ਕੀਤੀ। ਪਰ ਸਿਆਸੀ ਰੂਪ ਦੇ ਵਿੱਚ ਦੇਖੀਏ, ਦੇਖੋ ਪਿਛਲੀ ਵਾਰੀ ਪੈਸਾ ਵੀ ਚੱਲਿਆ, ਦਾਰੂ ਸਿੱਕਾ ਸਾਰਾ ਕੁਝ ਚੱਲਿਆ। ਉਦੋਂ ਪਹਿਲਾਂ ਤਾਂ ਬੂਥ ਕੈਪਚਰਿੰਗ ਵੀ ਹੋਈ, ਆਪਾਂ ਦੇਖਿਆ, ਵੀਡੀਓਜ਼ ਵੀ ਪੜੀਆਂ ਆਈਆਂ। ਠੀਕ ਹੈ, ਹੁਣ ਉਹ ਚੀਜ਼ ਤਾਂ ਹੈ ਨਹੀਂ। ਹੁਣ ਕੀ ਲੱਗਦਾ ਕਿ ਸਮੀਕਰਨ ਕੀ ਹੋ ਸਕਦੇ ਆ ਕਿ ਸਰਨਾ, ਆਪਣੇ ਭਾਈ ਰਣਜੀਤ ਸਿੰਘ ਤੇ ਹੋਰ ਜਿਹੜੀਆਂ ਜਿਹਨੂੰ ਆਪਾਂ ਸਪਲੈਂਟਰ ਗਰੁੱਪ ਕਹਿੰਦੇ ਆ, ਉਹ ਇਕੱਠੇ ਹੋ ਸਕਦੇ ਨੇ? ਦੇਖੋ, ਪੰਥਕ ਸੇਵਾ ਦਲ ਆ ਜਿਹੜਾ ਭਾਈ ਰਣਜੀਤ ਸਿੰਘ ਹੋਣਾ ਦਾ, ਭਾਈ ਰਣਜੀਤ ਸਿੰਘ ਹੋਣੀ ਜਿਹੜੀ ਹੈਗੇ ਉਹਨਾਂ ਦੀ ਸਰਗਰਮੀ, ਕਿਉਂਕਿ ਦਿੱਲੀ ਨੂੰ ਬਿਲੋਂਗ ਕਰਦੇ, ਦਿੱਲੀ ਦੇ ਵਿੱਚ ਵੀ ਉਹਨਾਂ ਦੀ ਸਰਗਰਮੀ ਹੈ। ਪਿਛਲੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਇਲੈਕਸ਼ਨ ਲੜੀ ਸੀ ਜੀ, ਔਰ ਉਹਨਾਂ ਦੇ ਬੰਦਿਆਂ ਨੂੰ ਚੰਗੀਆਂ ਵੋਟਾਂ ਮਿਲ ਗਈਆਂ ਸੀ। ਲੇਕਿਨ ਇਸ ਵੇਲੇ ਜੇ ਦੇਖੀਏ ਤਾਂ ਭਾਈ ਰਣਜੀਤ ਸਿੰਘ ਨੇ ਬਹੁਤਾ ਧਿਆਨ ਕੇਂਦਰਿਤ ਕਿੱਥੇ ਕੀਤਾ? ਉਹਨਾਂ ਨੇ ਪੰਜਾਬ ਤੇ ਕੀਤਾ ਹੋਇਆ, ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੈ। ਇਸ ਵੇਲੇ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿ ਰਹੇ ਹੈ। ਭਾਈ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਅਕੀਦਾ ਹੈ, ਜਿਹੜੀ ਉਹਨਾਂ ਨੇ ਮਤਲਬ ਜਿਹੜਾ ਹੈਗਾ ਜੋ ਪਰਨ ਕੀਤਾ ਹੋਇਆ, ਉਹ ਹੈ ਕਿ ਬਾਦਲ ਪਰਿਵਾਰ ਨੂੰ ਸਿੱਖ ਧਰਮ ਤੋਂ ਜਿਹੜਾ ਹੈਗਾ ਲਾਂਭੇ ਕਰਨਾ। ਉਹ ਲਾਂਭੇ ਉਨੀ ਦੇਰ ਤੱਕ ਹੋ ਨਹੀਂ ਸਕਦਾ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਤੋਂ ਨਹੀਂ ਖੁੱਸਦੀ। ਸੋ ਭਾਈ ਰਣਜੀਤ ਸਿੰਘ ਹੋਣੀ ਬਹੁਤ ਸ਼ਿੱਦਤ ਦੇ ਨਾਲ, ਬਹੁਤ ਮਿਹਨਤ ਦੇ ਨਾਲ ਇੱਥੇ ਆਪਣੀ ਪੰਥਕ ਸੇਵਾ ਲਹਿਰ ਹੈ ਜਿਹੜੀ, ਜਾਂ ਪੰਥਕ ਸੇਵਾ ਦਲ ਹੈ, ਉਹਦੇ ਲਈ ਕੰਮ ਕਰ ਰਹੇ ਹੈ।
ਸਵੇਰੇ ਜਲਦੀ ਨਿਕਲ ਜਾਂਦੇ ਆ, ਰਾਤ ਨੂੰ ਲੇਟ ਤੱਕ ਆਉਂਦੇ ਆ, ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਕਰਦੇ ਆ, ਸਮਾਗਮਾਂ ਦੇ ਵਿੱਚ ਵੀ ਜਾਂਦੇ ਆ। ਔਰ ਜਿਹੜੇ ਸਪਲਿੰਟਰ ਗਰੁੱਪ ਵੀ ਕਹਿ ਦਈਏ ਜਾਂ ਜਿਹੜੇ ਅਕਾਲੀ ਦਲ ਤੋਂ ਬਾਹਰ ਆਏ ਹੋਏ ਲੋਕ ਹੈ, ਉਹਨਾਂ ਦੇ ਨਾਲ ਵੀ ਉਹਨਾਂ ਦਾ ਤਾਲਮੇਲ ਚੰਗਾ ਹੈ। ਮਿਸਾਲ ਦੇ ਤੌਰ 'ਤੇ ਅਸੀਂ ਦੇਖੀਏ, ਸਰਦਾਰ ਰਵੀ ਇੰਦਰ ਸਿੰਘ ਹੈ, ਉਹ 1920 ਅਕਾਲੀ ਦਲ ਦੇ ਕਰਤਾ ਧਰਤਾ ਹੈ ਜੀ। ਸਰਦਾਰ ਰਵੀ ਇੰਦਰ ਸਿੰਘ ਹੋਰਾਂ ਦੇ ਨਾਲ ਭਾਈ ਰਣਜੀਤ ਸਿੰਘ ਹੋਰਾਂ ਦੇ ਬਹੁਤ ਅੱਛੇ ਰਿਲੇਸ਼ਨ ਹੈ। ਬਾਬਾ ਸਰਬਜੀਤ ਸਿੰਘ ਬੇਦੀ ਹੋਣੀ ਗੁਰੂ ਨਾਨਕ ਦੇਵ ਸਾਹਿਬ ਦੀ ਅੰਸ਼ ਦੇ ਵਿੱਚੋਂ ਹੈ, ਉਹਨਾਂ ਦੇ ਨਾਲ ਬਹੁਤ ਅੱਛੇ ਤਾਲੁਕਾਤ ਹੈ। ਫਿਰ ਅਸੀਂ ਦੂਸਰੇ ਪਾਸੇ ਦੇਖੀਏ ਤੇ ਜਿਹੜਾ ਢੀਂਡਸਾ ਸਾਹਿਬ ਹੈ, ਸੁਖਦੇਵ ਸਿੰਘ ਢੀਂਡਸਾ ਜੀ, ਇਹ ਅਕਾਲੀ ਦਲ ਨੂੰ ਛੱਡ ਕੇ ਬਾਹਰ ਆਏ ਹੈ। ਤੁਸੀਂ ਯਾਦ ਕਰੋ, ਜਦੋਂ ਢੀਂਡਸਾ ਸਾਹਿਬ ਦੇ ਖਿਲਾਫ ਅਕਾਲੀ ਦਲ ਵਾਲਿਆਂ ਨੇ ਇਕੱਠ ਕੀਤਾ ਸੀ ਸੰਗਰੂਰ ਦੇ ਵਿੱਚ, ਉਹ ਤੋਂ ਬਾਅਦ ਫਿਰ ਢੀਂਡਸਾ ਹੋਰਾਂ ਨੇ ਇੱਕ ਰੈਲੀ ਕੀਤੀ ਸੀ। ਉਹ ਰੈਲੀ ਕਾਫੀ ਪ੍ਰਭਾਵਸ਼ਾਲੀ ਸੀ। ਉਸ ਰੈਲੀ ਦੇ ਵਿੱਚ ਵੀ ਭਾਈ ਰਣਜੀਤ ਸਿੰਘ ਗਏ ਸੀ ਤੇ ਬੋਲੇ ਸੀ। ਇਹਨਾਂ ਨੂੰ ਮਤਲਬ ਜਿਹੜਾ ਹੈਗਾ, ਕਿਉਂਕਿ ਇੱਥੋਂ ਇੱਕ ਮਦਦ ਮਿਲ ਰਹੀ ਹੈ। ਔਰ ਜਿਸ ਕਿਸਮ ਦੀ ਇਲੈਕਸ਼ਨ ਹੁਣ ਹੋਣ ਵਾਸਤੇ ਜਾ ਰਹੀ ਹੈ, ਕਿਉਂਕਿ ਜਿਹੜੀ ਸਹਿਜਧਾਰੀ ਸਿੱਖਾਂ ਵਾਲੇ ਮਾਮਲੇ ਦੇ ਉੱਤੇ ਫੈਸਲਾ ਹੋਇਆ ਸੀ, ਉਸ ਫੈਸਲੇ ਦੇ ਵਿੱਚ ਜਸਟਿਸ ਜਸਵੀਰ ਸਿੰਘ ਹੋਰਾਂ ਨੇ ਲਿਖ ਦਿੱਤਾ ਸੀ ਕਿ ਹੁਣ ਜਿਹੜੀ ਅਗਲੀ ਵੋਟਰ ਲਿਸਟ ਬਣਨੀ ਹੈ, ਜਿਹੜੀਆਂ ਵੋਟਾਂ ਬਣਨੀਆਂ, ਉਹ ਵੋਟਰ ਲਿਸਟ ਹੈ ਜਿਹੜੀ, ਉਹਦੇ 'ਤੇ ਤਸਵੀਰ ਲੱਗੀ ਹੋਣੀ ਚਾਹੀਦੀ ਜੀ। ਜੇ ਤਸਵੀਰ ਲੱਗੀ ਹੋਊਗੀ ਤਾਂ ਫਿਰ ਪਤਾ ਲੱਗੂਗਾ ਕਿ ਬੰਦਾ ਇਹਦੀ ਦਾੜੀ ਕਤਰੀ ਹੈ ਕਿ ਨਹੀਂ ਕਤਰੀ, ਕਿਉਂਕਿ ਕਤਰੀ ਦਾੜੀ ਵਾਲਾ ਬੰਦਾ ਜਿਹੜਾ ਸਾਬਤ ਸਬੂਤ ਸਿੱਖਣੀ, ਉਹ ਵੋਟ ਨਹੀਂ ਪਾ ਸਕਦਾ। ਸੋ ਹੁਣ ਜੇ ਆਪਾਂ ਦੂਸਰੇ ਲੁੱਟ ਵੀ ਦੇਖੀਏ ਤਾਂ ਇੱਥੇ ਸਰਕਾਰ ਉਹ ਹੈ, ਜੇ ਐਸੇ ਸਾਲ ਦੇ ਵਿੱਚ ਹੀ ਇਲੈਕਸ਼ਨ ਹੁੰਦੀ ਹੈ ਬੀਜੇਪੀ ਨਾਲ, ਜਿਵੇਂ ਇਹਨਾਂ ਦਾ ਤੋੜ ਵਿਛੋੜਾ ਹੋਇਆ, ਬੀਜੇਪੀ ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਲੈਕਸ਼ਨ ਕਰਾਉਣੀ ਹੈ, ਜੇ ਇਸੇ ਸਾਲ ਇਲੈਕਸ਼ਨ ਹੋ ਜਾਂਦੀ ਹੈ ਤਾਂ ਇੱਥੇ ਬਾਦਲਾਂ ਦੀ ਸਰਕਾਰ ਹੈ ਨਹੀਂ। ਔਰ ਸਰਕਾਰ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਹੈ। ਕੈਪਟਨ ਅਮਰਿੰਦਰ ਸਿੰਘ, ਰਵੀ ਇੰਦਰ ਸਿੰਘ, ਇਹਨਾਂ ਦੇ ਜਰਾਨਿਆਂ ਬਾਰੇ ਕੋਈ ਭੁੱਲਿਆ ਨਹੀਂ। ਇਸ ਕਰਕੇ ਮੈਨੂੰ ਜਾਪਦਾ ਹੈ ਕਿ ਭਾਈ ਰਣਜੀਤ ਸਿੰਘ ਹੋਰਾਂ ਦਾ ਦੀ ਅੰਡਰਸਟੈਂਡਿੰਗ ਹੋ ਸਕਦੀ ਹੈ। ਜੇ ਅੰਡਰਸਟੈਂਡਿੰਗ ਹੋ ਜੇ ਤਾਂ ਮਚ ਬੈਟਰਾ, ਫਿਰ ਤਾਂ ਸੋਹਣੇ ਤੇ ਸੁਹਾਗ ਹੈ। ਉਹਦੇ 'ਚ ਜਿੱਥੋਂ ਤੱਕ ਮੈਨੂੰ ਇਤਲਾਹ ਮਿਲੀ ਹੈ, ਮੇਰੀ ਕੱਲ੍ਹ ਕੁਝ ਸੀਨੀਅਰ ਅਕਾਲੀ ਲੀਡਰਾਂ ਨਾਲ ਗੱਲ ਹੋਈ ਸੀ ਜਿਹੜੇ ਸਰਨਾ ਗਰੁੱਪ ਨਾਲ ਸੰਬੰਧਿਤ ਪੰਜਾਬ 'ਚ ਹੀ ਹੈ। ਉਹਨਾਂ ਨੇ ਕਿਹਾ ਸੀਗਾ ਕਿ ਮਨਜੀਤ ਸਿੰਘ ਜੀ ਕੇ ਇਸ ਗੱਲ ਦੇ ਉੱਤੇ ਸਹਿਮਤ ਹੋ ਗਿਆ ਕਿ ਬਾਦਲਾਂ ਨੂੰ ਹਰਾਉਣ ਵਾਸਤੇ ਸਾਨੂੰ ਇਕਮੁੱਠ ਹੋ ਜਾਣਾ ਚਾਹੀਦਾ। ਜੇ ਮਨਜੀਤ ਸਿੰਘ ਜੀ ਕੇ ਤੇ ਸਰਨੇ ਇਕੱਠੇ ਹੁੰਦੇ ਗੱਲ ਤਾਂ ਫਿਰ ਵੀ ਬਣਦੀ ਹੈ, ਕਿਉਂਕਿ ਉਹਨਾਂ ਦੀ ਜਾਗੋ ਪਾਰਟੀ ਹੈ। ਤੇ ਜੇ ਕਿਤੇ ਭਾਈ ਰਣਜੀਤ ਸਿੰਘ ਨਾਲ ਆ ਕੇ ਤੇ ਤੱਪੜ ਰੁਲ ਜਾਣਗੇ, ਫਿਰ ਤਾਂ ਇਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ। ਸੋ ਇੱਕ ਵਾਰੀ ਪਹਿਲਾਂ ਵੀ ਕੋਸ਼ਿਸ਼ ਹੋਈ ਸੀ ਇਹਨਾਂ ਦਾ ਸਮਝੌਤਾ ਕਰਾਉਣ ਦੀ, ਪਰ ਮੇਰਾ ਖਿਆਲ ਹੈ ਵੀ ਹੁਣ ਸਮਝੌਤਾ ਹੋ ਜੂ, ਕਿਉਂਕਿ ਭਾਈ ਰਣਜੀਤ ਸਿੰਘ ਹੋਰਾਂ ਦੀ ਦਿਲਚਸਪੀ ਦਿੱਲੀ ਦੇ ਨਾਲੋਂ ਜ਼ਿਆਦਾ ਪੰਜਾਬ 'ਚ ਹੈ। ਇਹ ਹੋ ਸਕਦੀ ਹੈ ਕਿ ਦਿੱਲੀ ਜਿਹੜੀ ਹੈਗੀ ਤੁਸੀਂ ਦੂਜੀਆਂ ਧਿਰਾਂ ਨੂੰ ਦੇ ਦਿਓ, ਔਰ ਦੂਜੀਆਂ ਧਿਰਾਂ ਦੀ ਮਦਦ ਲੈ ਕੇ ਤੇ ਪੰਜਾਬ ਦੇ ਜਿਹੜੇ ਸਪਲਿੰਟਰ ਗਰੁੱਪ ਹੈ, ਐਂਟੀ ਬਾਦਲ ਗਰੁੱਪ ਹੈ, ਉਹਨਾਂ ਗਰੁੱਪਾਂ ਦੀ ਮਦਦ ਦੇ ਨਾਲ ਜਿਹੜੀ ਅਗਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੇ ਲਈ ਪ੍ਰਧਾਨਗੀ ਦਾ ਕੈਂਡੀਡੇਟ ਭਾਈ ਰਣਜੀਤ ਸਿੰਘ ਹੋਰਾਂ ਨੂੰ ਬਣਾਇਆ ਜਾ ਸਕਦਾ ਹੈ। ਕਿਉਂਕਿ ਜਿਹੜਾ ਇਹਨਾਂ ਨੇ ਇੱਕ ਬਣਾਇਆ ਤੁਹਾਡਾ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਜਿਹੜੀ ਯੋਜਨਾ ਬਣਾਈ ਹੈ, ਰਵੀ ਇੰਦਰ ਸਿੰਘ ਹੋਰਾਂ ਨਾਲ ਵੀ ਮੇਰੀ ਕਈ ਵਾਰੀ ਗੱਲ ਹੋਈ ਹੈ। ਹੋਰਾਂ ਨੂੰ ਉਹਨਾਂ ਨੇ ਗੱਲ ਕਹੀ ਹੈ ਕਿ ਜਿਸ ਬੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ ਹੈ, ਉਹਨੂੰ ਫਿਰ ਅਸੀਂ ਕੋਈ ਹੋਰ ਚੋਣ ਨਹੀਂ ਲੜਨ ਦੇਣੀ। ਬਿਲਕੁਲ ਸਹੀ ਗੱਲ ਹੈ, ਤੇ ਚਾਹੀਦਾ ਵੀ ਹੈ। ਔਰ ਜਿਹੜਾ ਹੈਗਾ ਬੰਦਾ ਜਿਹੜਾ ਧਾਰਮਿਕ ਵਿਰਤੀ ਵਾਲਾ ਬੰਦਾ ਹੋਵੇ, ਉਹੀ ਪ੍ਰਧਾਨਗੀ ਦਾ ਕੈਂਡੀਡੇਟ ਹੋਊ, ਤੇ ਉਹੀ ਹੋਣਗੇ ਸਾਡੇ ਕੋਲੇ ਜਿਹੜੇ ਤੁਹਾਡੇ ਹਲਕਿਆਂ ਦੇ ਕੈਂਡੀਡੇਟ ਜੀ। ਸੋ ਮੇਰੇ ਖਿਆਲ ਮੁਤਾਬਕ ਭਾਈ ਰਣਜੀਤ ਸਿੰਘ ਨਾਲੋਂ ਇਫੈਕਟਿਵ ਕੈਂਡੀਡੇਟ ਅਗਲੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਅੰਮ੍ਰਿਤਸਰ ਸਾਹਿਬ ਵਾਲੀ, ਇਹਦੇ ਵਿੱਚ ਉਹਨਾਂ ਨੂੰ ਇਫੈਕਟਿਵ ਪ੍ਰੈਜ਼ੀਡੈਂਟ ਦਾ ਕੋਈ ਚਿਹਰਾ ਹੋਰ ਹੋ ਨਹੀਂ ਸਕਦਾ ਦੂਜਿਆਂ ਵਾਸਤੇ ਜਿਹੜੇ ਐਂਟੀ ਬਾਦਲ ਸਿੱਖ ਹੈ ਜੀ। ਤੇ ਢਿੱਲੋਂ ਸਾਹਿਬ, ਹੁਣ ਪੰਜਾਬ ਸਰਕਾਰ ਦਾ ਕੇਂਦਰ ਨਾਲ ਕਿਉਂ ਪਿੱਛਾ ਫਸਦਾ ਜਾ ਰਿਹਾ? ਦੇਖੋ, ਕੇਂਦਰ ਜਿਹੜਾ ਹੈਗਾ ਉਹ ਸਜ਼ਾ ਦੇਣ ਤੇ ਤੁਰਿਆ ਹੋਇਆ ਪੰਜਾਬ ਨੂੰ। ਕਿਸਾਨ ਅੰਦੋਲਨ ਪੰਜਾਬ 'ਚੋਂ ਸ਼ੁਰੂ ਹੋਇਆ, ਕਿਸਾਨ ਅੰਦੋਲਨ ਬੁਲੰਦੀਆਂ ਤੇ ਪਹੁੰਚਿਆ ਤਾਂ ਡਿਊ ਟੂ ਪੰਜਾਬੀ ਲੀਡਰਸ਼ਿਪ ਤੇ ਪਹੁੰਚਿਆ ਹੋਇਆ। ਪੰਜਾਬੀ ਲੀਡਰਸ਼ਿਪ ਨੇ ਹੀ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਹੈ। 2-3 ਸਾਲ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਇਹ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਜੀ, ਅਖਬਾਰਾਂ 'ਚ ਆਰਟੀਕਲ ਆਉਣੇ ਸ਼ੁਰੂ ਹੋ ਗਏ ਸੀ। ਕਦੇ ਬਲਬੀਰ ਸਿੰਘ ਰਾਜੇਵਾਲ ਦਾ ਆ ਜਾਂਦਾ ਸੀ, ਕਦੇ ਕੁਝ ਹੋਰ ਲੀਡਰਾਂ ਦੇ ਆ ਜਾਂਦੇ ਸੀ। ਉਹ ਵਾਰ-ਵਾਰ ਇਹ ਕਹਿੰਦੇ ਸੀ ਕਿ ਜਿਹੜਾ ਗੈਟ ਸਮਝੌਤਾ ਹੋਇਆ ਹੈ ਜਾਂ ਜਿਹੜਾ WTO ਨੇ ਜੋ ਕੁਝ ਕਰਵਾਇਆ, ਤੇ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਜਿਹੜੀ, ਉਹ ਆਰਗੇਨਾਈਜੇਸ਼ਨ ਇਹ ਚਾਹੁੰਦੀ ਹੈ ਕਿ ਪੰਜਾਬ ਦੀ ਖੇਤੀਬਾੜੀ ਦੇ ਵਿੱਚੋਂ ਆਮ ਕਿਸਾਨਾਂ ਨੂੰ ਕੱਢ ਦਿੱਤਾ ਜਾਵੇ ਜੀ, ਵੱਡੇ ਫਾਰਮ ਬਣਾ ਦਿੱਤੇ ਜਾਣ, ਤੇ ਇਹ ਜਿਹੜੀ ਹੈਗੀ ਖੇਤੀਬਾੜੀ ਕਾਰਪੋਰੇਟਰਾਂ ਦੇ ਸਪੁਰਦ ਕਰ ਦਿੱਤੀ ਹੈ ਜੀ ਜੀ। ਉਦੋਂ ਤੋਂ ਜਿਹੜੇ ਆਰਟੀਕਲ ਆਉਂਦੇ ਸੀਗੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ, ਪਰ ਸਾਡੀ ਬਦਕਿਸਮਤੀ ਇਹ ਹੈ ਅਸੀਂ ਪੰਜਾਬੀਆਂ ਦੀ ਕਿ ਅਸੀਂ ਜਦੋਂ ਕੋਈ ਵਕਤ ਤੋਂ ਪਹਿਲਾਂ ਤੁਹਾਨੂੰ ਅਗਾਹ ਕਰਦੇ ਕਿ ਭਾਈ ਹੁਣ ਤੁਹਾਡਾ ਲੁੱਟਾ ਪੁੱਟਿਆ ਜਾਊਗਾ, ਥੋੜੇ ਜਿਹੇ ਸੁਚੇਤ ਨਹੀਂ ਹੁੰਦੀ। ਅਸੀਂ ਜਦੋਂ ਸਾਡੇ ਘਰ ਨੂੰ ਚੋਰ ਲੱਗ ਜਾਂਦਾ ਨਾ, ਤੇ ਉਦੋਂ ਫਿਰ ਅਸੀਂ ਡਾਂਗੋ ਡਾਂਗੀ ਹੁੰਦੇ, ਜਾਂ ਤਾਂ ਆਪਦੀਆਂ ਲੱਤਾਂ ਅਗਲੇ ਦੀਆਂ ਲੱਤਾਂ ਤੋੜ ਦਿੰਦੇ, ਜਾਂ ਆਪਦਾ ਸਿਰ ਪੜਵਾ ਲੈਂਦੇ। ਇਹ ਸਾਡੀ ਮਤਲਬ ਫਿਤਰਤ ਹੈ। ਉਹ ਜਿਹੜੇ ਹੈਗੇ ਜਦੋਂ ਉਦੋਂ ਕਿਸਾਨ ਲੀਡਰਸ਼ਿਪ ਨੇ ਸਾਰਾ ਮਾਮਲਾ ਲੈਂਦਾ ਸੀ, ਤੇ ਸਾਡੇ ਭਾਈਚਾਰੇ ਨੇ ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਸੀ ਭਰਿਆ ਜੀ।
ਲੇਕਿਨ ਫਿਰ ਹੌਲੀ ਚੱਲਦਾ ਰਿਹਾ। ਫਿਰ ਤੁਹਾਡੇ ਯਾਦ ਹੋਣਾ ਕਿ ਲਗਾਤਾਰ ਪੰਜਾਬ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਹੈ ਜੀ, ਉੱਥੇ ਮੀਟਿੰਗਾਂ ਹੁੰਦੀਆਂ ਰਹੀਆਂ, ਉੱਥੇ ਸੈਮੀਨਾਰ ਹੁੰਦੇ ਰਹੇ। ਇੱਕ ਨਹੀਂ ਸੈਮੀਨਾਰ ਕਈ ਹੋਏ ਬੜੇ ਹੋਏ, ਜਿਨ੍ਹਾਂ ਸੈਮੀਨਾਰਾਂ ਦੇ ਵਿੱਚ ਕਿਸਾਨ ਲੀਡਰਾਂ ਨੂੰ ਨੇ ਤਾਂ ਸ਼ਮੂਲੀਅਤ ਕਰਨੀ ਸੀ, ਪੋਲੀਟੀਕਲ ਲੀਡਰਸ਼ਿਪ ਨੂੰ ਵੀ ਬੁਲਾਇਆ ਗਿਆ ਸੀ ਔਰ ਪੋਲੀਟੀਕਲ ਲੀਡਰਸ਼ਿਪ ਨੂੰ ਦੱਸਿਆ ਗਿਆ ਸੀ ਕਿ ਆਹ ਕੁਛ ਹੋ ਰਿਹਾ, ਤੇ ਪੋਲੀਟੀਕਲ ਲੀਡਰਸ਼ਿਪ ਨੇ ਉੱਥੇ ਮੰਨਿਆ ਸੀ ਕਿ ਹਾਂਜੀ ਇਹ ਬਹੁਤ ਮਾੜਾ ਕੰਮ ਹੋ ਰਿਹਾ। ਖੁਦ ਸੁਨੀਲ ਜਾਖੜ ਨੇ ਕਿਹਾ ਸੀ ਕਿ ਅੱਜ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਵੀ ਆਹ ਕੁਛ ਵੀ ਸਾਡੀ ਜਿਹੜੀ ਹੈਗੀ ਖੇਤੀ ਲੁੱਟੀ ਜਾਣ ਦੀ ਯੋਜਨਾ ਬਣ ਚੁੱਕੀ ਹੈ। ਬਲਵਿੰਦਰ ਸਿੰਘ ਭੂੰਦੜ ਹੋਰਾਂ ਨੇ ਕਿਹਾ ਸੀ ਕਿ ਤੁਸੀਂ ਮੇਰੀ ਉਮਰ ਕਾਫੀ ਹੋ ਗਈ ਤੇ ਮੈਨੂੰ ਬੀਂਡੀ ਲਾ ਦਿਓ, ਮੈਨੂੰ ਲਾਓ ਬੀਂਡੀ ਮੂਹਰੇ ਤੇ ਆਪਾਂ ਇਹਨੂੰ ਖਿੱਚ ਕੇ ਲੈ ਚੱਲੀਏ ਤੇ ਇਹਦਾ ਆਪਾਂ ਵਿਰੋਧ ਕਰੀਏ। ਫਿਰ ਉਹ ਅੰਦੋਲਨ ਸ਼ੁਰੂ ਹੋਇਆ। ਅੰਦੋਲਨ ਜਿਹੜਾ ਹੈਗਾ ਨਿੱਕਾ ਜਿਹਾ ਅੰਦੋਲਨ ਸ਼ੁਰੂ ਹੁੰਦਾ ਤੇ ਅੰਦੋਲਨ ਕਿੱਥੋਂ ਤੱਕ ਪਹੁੰਚ ਗਿਆ। ਹੁਣ ਅੰਦੋਲਨ ਜਿਹੜਾ ਦੇਸ਼ ਭਰ ਦੇ ਵਿੱਚ ਫੈਲਿਆ ਹੋਇਆ, ਭਾਵੇਂ 500 ਦੇ ਕਰੀਬ, ਪੌਣੇ 500 ਜਥੇਬੰਦੀਆਂ, ਜਿਹੜਾ ਵਿਸ਼ਾਲ ਕਿਸਾਨ ਮੋਰਚਾ ਬਣਿਆ ਹੋਇਆ, ਸੰਯੁਕਤ ਕਿਸਾਨ ਮੋਰਚਾ ਜੀ। ਲੇਕਿਨ ਜੇ ਆਪਾਂ ਕਮਾਂਡ ਕਹੀਏ, ਕਮਾਂਡ ਕਿਹਦੇ ਹੱਥ ਵਿੱਚ ਹੈ? ਕਮਾਂਡ ਪੰਜਾਬ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਇਹਨਾਂ ਦੇ ਹੱਥ ਵਿੱਚ ਹੀ ਹੈ। 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ ਸੀ, ਉਸ ਘਟਨਾਕ੍ਰਮ ਦੀ ਵਜ੍ਹਾ ਕਾਰਨ ਨੁਕਸਾਨ ਵੀ ਹੋਇਆ, ਔਰ ਉਸ ਨੁਕਸਾਨ ਦੇ ਚੱਲਦਿਆਂ ਜੇ ਅੰਦੋਲਨ ਬਚਿਆ ਤਾਂ ਉਹ ਬਚਿਆ ਸੀ ਟਕੈਤ ਹੋਰਾਂ ਦੀ ਬਦੌਲਤ। ਜੀ, ਕਿਉਂਕਿ ਟਕੈਤ ਹੋਰਾਂ ਦੇ ਜਿਹੜੀ ਮਤਲਬ ਜਿਹੜੀ ਉਹਨਾਂ ਦੀ ਭਾਵੁਕਤਾ ਸੀ, ਉਸ ਭਾਵੁਕਤਾ ਨੇ ਪੱਛਮੀ ਉੱਤਰ ਪ੍ਰਦੇਸ਼ ਦੀ ਕਿਸਾਨੀ ਨੂੰ ਵੀ ਪ੍ਰਭਾਵਿਤ ਕੀਤਾ ਤੇ ਹਰਿਆਣੇ ਵਾਲੀ ਕਿਸਾਨੀ ਨੂੰ ਵੀ ਪ੍ਰਭਾਵਿਤ ਕੀਤਾ। ਜਿੰਨਾ ਕਿ ਸਾਡੇ ਵਾਲੇ ਪਾਸੇ ਨਿਰਾਸ਼ਾ ਆਈ ਸੀ ਪੰਜਾਬ ਦੇ ਦੋਨਾਂ ਬਾਰਡਰਾਂ ਤੇ, ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ, ਉਹਨਾਂ ਕੁ ਉਤਸ਼ਾਹ ਉਧਰ ਭਰ ਗਿਆ ਸੀ। ਪਰ ਇਹਦੇ ਬਾਵਜੂਦ ਤੁਸੀਂ ਦੇਖੋ ਟਕੈਤ ਸਾਹਿਬ ਬਾਰ-ਬਾਰ ਇਹ ਕਹਿ ਰਹੇ ਆ ਕਿ ਸਾਡਾ ਮੰਚ ਵੀ ਉਹੀ ਤੇ ਸਾਡੇ ਪੰਚ ਵੀ ਵੀ ਇਹ ਲੀਡਰਸ਼ਿਪ ਜਿਹੜੀ ਹੈ ਪੰਜਾਬ ਦੇ ਕੋਲ ਹੀ ਰਹਿਣੀ ਹੈ। ਸੋ ਹੁਣ ਜਿਹੜੀ ਕਹਾਣੀ ਹੈ ਕਿ ਇਹ ਵੀ WTO ਦੀਆਂ ਹਦਾਇਤਾਂ ਹੀ ਹੈ। ਉਹਨਾਂ ਹਦਾਇਤਾਂ ਦੇ ਮੁਤਾਬਕ ਹੀ ਚੱਲਦੇ ਕਿ ਕਿਸਾਨਾਂ ਨੂੰ ਜਿਹੜੀ ਪੇਮੈਂਟ ਕਰਨੀ ਉਹਨਾਂ ਦੀ ਫਸਲ ਦੀ, ਜੀ ਉਹ ਪੇਮੈਂਟ ਪਹਿਲਾਂ ਹੁੰਦੀ ਸੀ ਆੜ੍ਹਤੀਆਂ ਦੇ ਜ਼ਰੀਏ, ਹੁਣ ਕਹਿੰਦੇ ਉਹ ਡਾਇਰੈਕਟ ਪੇਮੈਂਟ ਕਰਨੀ ਹੈ। ਹੁਣ ਜਦੋਂ ਡਾਇਰੈਕਟ ਪੇਮੈਂਟ ਦੀ ਗੱਲ ਆ ਜਾਂਦੀ ਹੈ ਤਾਂ ਦਾਨੇ ਵਾਲੇ ਸਾਹਿਬ ਮੇਰੀ ਇੱਥੇ ਇਹ ਸਮਝ ਬਣਦੀ ਹੈ ਜੀ ਕਿ ਇਹ ਡਾਇਰੈਕਟ ਪੇਮੈਂਟ ਵਾਲਾ ਜਿਹੜਾ ਫਾਰਮੂਲਾ ਨਾ, ਇਹ ਵੀ ਅਸਲ ਦੇ ਵਿੱਚ ਜਿਹੜੇ 3 ਕਾਨੂੰਨ ਬਣਾਏ ਉਹਨਾਂ ਨੂੰ ਲਾਗੂ ਕਰਨ ਦਾ ਇੱਕ ਮਤਲਬ ਜਿਹੜੇ ਹੈਗੇ ਪਹਿਲਾ ਕਦਮ ਹੈ। ਕਿਉਂਕਿ ਪੰਜਾਬ ਦੇ ਵਿੱਚ ਜੇ ਆੜ੍ਹਤੀ ਨਾ ਰਹੇ ਤਾਂ ਖਰੀਦਦਾਰ ਕਿੱਥੋਂ ਆਊ? ਨਹੀਂ, ਮੰਡੀਆਂ ਜਿਹੜੀਆਂ ਸਰਕਾਰੀ ਮੰਡੀਆਂ ਦਾ ਆਪਣੇ ਆਪ ਹੀ ਭੋਗ ਪੈ ਜਾਂਦੇ। ਹੁਣ ਆੜ੍ਹਤੀ ਪਿਛਲੀ ਆਪਣੀ ਜਿਹੜੀ ਪਿਛਲੇ ਮਹੀਨੇ ਦੀ ਨਾ ਇਸੇ ਮਹੀਨੇ ਦੀ ਜੀ ਪਹਿਲੀ ਹੋ ਗਈ, ਪਿਛਲੇ ਮਹੀਨੇ ਦੀ 10 ਮਾਰਚ ਤੋਂ ਆੜ੍ਹਤੀਆਂ ਨੇ ਆਪਣਾ ਕਾਰੋਬਾਰ ਬੰਦ ਕੀਤਾ ਹੋਇਆ। ਜੀ ਇਹਨਾਂ ਨੇ ਕਹਿ ਦਿੱਤਾ ਕਿ ਪੇਮੈਂਟ ਆੜ੍ਹਤੀਆਂ ਦੇ ਜ਼ਰੀਏ ਨਹੀਂ ਕਰਨੀ, ਅਸੀਂ ਸਿੱਧੀ ਡਾਇਰੈਕਟ ਪੇਮੈਂਟ ਕਰਾਂਗੇ। ਉਹ ਤੋਂ ਪਹਿਲਾਂ ਕਹਿੰਦੇ ਵੀ ਕਿਸਾਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਆਪਣਾ ਫਿਰ ਆੜ੍ਹਤੀਆ ਤੁਹਾਡਾ ਸਮਾਨ ਕਿਉਂ ਬਕਾਊਗਾ, ਪੱਖਾ ਕਿਉਂ ਲਵਾਊਗਾ, ਰੌਲਾ ਪੈ ਗਿਆ। ਆੜ੍ਹਤੀਆ ਤਾਂ ਹੜਤਾਲ ਕਰੀ ਬੈਠੇ ਹੈ। ਆੜ੍ਹਤੀਏ ਹੁਣ ਅਗਲੇ ਦਿਨਾਂ ਦੇ ਵਿੱਚ ਬਾਘੇ ਪੁਰਾਣੇ ਦੇ ਵਿੱਚ ਇੱਕ ਵੱਡੀ ਰੈਲੀ ਵੀ ਕਰ ਰਹੇ ਜੀ। ਆੜ੍ਹਤੀਆਂ ਨੇ ਕਹਿ ਦਿੱਤਾ ਕਿ ਜੇ ਮਤਲਬ ਹੈ ਵੀ ਉਹਨੇ ਸਿੱਧੀ ਅਦਾਇਗੀ ਵਾਲੀ ਗੱਲ ਕਹੀ ਤਾਂ ਉਹਨਾਂ ਨੇ ਇਹ ਥ੍ਰੈਟ ਵੀ ਕਰ ਦਿੱਤੀ ਹੈ ਕਿ ਅਸੀਂ ਕਣਕ ਦੀਆਂ ਭਰੀਆਂ ਹੋਈਆਂ ਟਰਾਲੀਆਂ, ਟਰੱਕ ਵਗੈਰਾ ਰੇਲਵੇ ਲਾਈਨਾਂ ਤੇ ਸੜਕਾਂ ਤੇ ਖੜੀਆਂ ਕਰ ਦਿਆਂਗੇ, ਅਸੀਂ ਸਭ ਕੁਝ ਜਾਮ ਕਰਕੇ ਰੱਖ ਦਿਆਂਗੇ। ਇਹ ਉਹਨਾਂ ਨੇ ਇਹ ਕਿਉਂ ਕਹਿ ਰਹੇ? ਕਿਉਂਕਿ ਆੜ੍ਹਤੀਆਂ ਨੂੰ ਜਿਹੜਾ ਹੈਗਾ ਵਿੱਚੋਂ ਕੱਢ ਰਹੇ ਆ। ਉਹ ਆੜ੍ਹਤੀਆਂ ਨੂੰ ਜੇ ਕੱਢਣਗੇ ਤੇ ਆਟੋਮੈਟਿਕਲੀ ਜਿਹੜਾ ਹੈਗਾ ਮੰਡੀਆਂ ਦਾ ਭੋਗ ਪੈ ਜਾਊਗਾ ਤੇ ਅਸੀਂ ਕਾਰਪੋਰੇਟਰਾਂ ਤੇ ਨਿਰਭਰ ਹੋ ਜਾਾਂਗੇ। ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਇਹ ਪ੍ਰਵਾਹ ਨਹੀਂ। ਪੰਜਾਬ ਦੀ ਸਰਕਾਰ ਨੇ ਕਹਿਤਾ ਕਿ ਜੀ ਇਹ ਨਹੀਂ, ਅਸੀਂ ਨਹੀਂ ਇਸ ਤਰ੍ਹਾਂ ਕਰਾਂਗੇ ਜੀ। ਹੁਣ ਉਹਨਾਂ ਨੇ ਜਿਹੜੇ ਹੈਗੇ ਕਹਿੰਦੇ ਜੀ ਜੇ ਹਰਿਆਣੇ ਦੀ ਸਰਕਾਰ ਕਰ ਸਕਦੀ ਤਾਂ ਪੰਜਾਬ ਦੀ ਸਰਕਾਰ ਕਿਉਂ ਨਹੀਂ ਕਰ ਸਕਦੀ? ਆਪਾਂ ਪਹਿਲਾਂ ਕਿਸਾਨ ਅੰਦੋਲਨ ਦੀ ਗੱਲ ਕਰਕੇ ਤੇ ਵੀ ਕਿਸਾਨ ਅੰਦੋਲਨ ਤਾਂ ਪੈਦਾ ਹੀ ਪੰਜਾਬ 'ਚ ਹੋਏ। ਉਹ ਕਹਿੰਦੇ ਵੀ ਅੱਗ ਲੱਗੀ ਪਈ ਹੈ, ਅੱਗ ਲੱਗੀ ਤੋਂ ਮਤਲਬ ਜਿਹੜਾ ਹੈਗਾ ਤੁਸੀਂ ਕਿਵੇਂ ਜਾ ਕੇ ਉਹਨਾਂ ਨੂੰ ਕਿਸਾਨਾਂ ਨੂੰ ਛੇੜਛਾੜ ਕਰੋਗੇ, ਤਾਂ ਪਹਿਲਾਂ ਹੀ ਤਪੇ ਪਏ। ਇਸ ਕਰਕੇ ਜਿਹੜਾ ਪੁਰਾਣਾ ਸਿਸਟਮ ਚੱਲਿਆ ਰਹਿਣ ਦੇ ਉੱਪਰ ਉਹ ਕਹਿੰਦੇ ਨਹੀਂ। ਹੁਣ ਜਿਹੜਾ ਪਿਊਸ਼ ਗੋਇਲ ਹੈ ਜੀ, ਪਿਊਸ਼ ਗੋਇਲ ਕਮਰਸ ਮਿਨਿਸਟਰ ਵੀ ਹੈ। ਉਹਦੇ ਕੋਲੇ ਜਦੋਂ ਆਪਣੇ ਰਾਮ ਵਿਲਾਸ ਪਾਸਵਾਨ ਸਾਹਿਬ ਹੋਰਾਂ ਦੀ ਡੈਥ ਹੋ ਗਈ ਸੀ, ਉਹ ਤੋਂ ਬਾਅਦ ਜਿਹੜਾ ਇਹ ਮਹਿਕਮਾ ਸੀਗਾ ਫੂਡ ਸਪਲਾਈ ਦਾ ਮਹਿਕਮਾ, ਇਹ ਵੀ ਉਹਨਾਂ ਦੇ ਕੋਲੇ ਜੀ। 27 ਮਾਰਚ ਨੂੰ ਇੱਕ ਚਿੱਠੀ ਲਿਖਤੀ ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜੀ ਤੁਸੀਂ ਜਿਹੜੀ ਹੈਗੀ ਹੈ ਡਾਇਰੈਕਟ ਪੇਮੈਂਟ ਦਾ ਪ੍ਰਬੰਧ ਕਰ ਲਓ। ਜੇ ਡਾਇਰੈਕਟ ਪੇਮੈਂਟ ਨਹੀਂ ਕਰੋਗੇ ਤਾਂ ਅਸੀਂ ਤੁਹਾਡੀਆਂ ਜਿੰਨੀਆਂ ਤੁਹਾਨੂੰ ਰਿਆਇਤਾਂ ਮਿਲਦੀਆਂ ਜਿੰਨੇ ਉਹ ਸਭ ਕੁਝ ਬੰਦ ਕਰ ਦਿਆਂਗੇ। ਅਸੀਂ ਪੇਮੈਂਟ ਨਹੀਂ ਕਰਨੀ, ਅਸੀਂ ਕਣਕ ਨਹੀਂ ਲੈਣੀ। ਇਹਦੇ ਤੇ ਕੱਲ ਫਿਰ ਮੀਟਿੰਗ ਵੀ ਹੋਈ, ਕੈਬਨਿਟ ਦੀ ਮੀਟਿੰਗ ਦੇ ਵਿੱਚ ਕੱਲ ਰੌਲਾ ਪਿਆ। ਕੈਬਨਿਟ ਦੀ ਮੀਟਿੰਗ ਦੇ ਵਿੱਚ ਕੈਬਨਿਟ ਦੇ ਕਈ ਮੈਂਬਰਾਂ ਨੇ ਕਿਹਾ ਜੀ ਹੁਣ ਟਾਈਮ ਆ ਗਿਆ ਕਿ ਸਿੱਧਾ ਮੈਦਾਨ 'ਚ ਲੜਨਾ ਪੈਣਾ ਜੀ। ਅੱਜ ਉੱਥੇ ਇੱਕ ਬੜੀ ਪਾਵਰਫੁਲ ਮੀਟਿੰਗ ਵੀ ਹੋ ਰਹੀ ਹੈ, ਸ਼ਾਇਦ ਹੋ ਗਈ ਹੋਣੀ ਹੁਣ ਤੱਕ। ਜਿਹੜੀ ਮੀਟਿੰਗ ਦੇ ਵਿੱਚ ਕੁਝ ਵਜ਼ੀਰ ਵੀ ਹੋਣਗੇ, ਫੂਡ ਸਪਲਾਈ ਡਿਪਾਰਟਮੈਂਟ ਵੀ ਹੋਊਗਾ, ਉਹਦੇ ਵਿੱਚ ਮੰਡੀਕਰਨ ਬੋਰਡ ਦੇ ਅਧਿਕਾਰੀ ਵੀ ਹੋਣਗੇ,
ਉਹਦੇ ਵਿੱਚ ਪੰਜਾਬ ਸਰਕਾਰ ਦੇ ਹੋਰ ਅਫੀਸਰ ਸਾਹਿਬਾਨ ਵੀ ਹੋਣਗੇ, ਉਹਦੇ ਵਿੱਚ ਵੀ ਉਹਨਾਂ ਨੇ ਸਟ੍ਰੈਟਜੀ ਬਣਾਉਣੀ ਸੀ। ਕੱਲ੍ਹ ਹੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖਤੀ ਸੀ। ਤਾਂ ਸਵਾਲ ਇਹ ਹੈ ਨਾ, ਅੱਗੇ ਹੁੰਦਾ ਸੀ ਡਾਕਟਰ ਮਨਮੋਹਨ ਸਿੰਘ ਵੇਲੇ ਕਿ ਇੱਕ ਟੈਲੀਫੋਨ ਕਰ ਦਿਓ, ਕੋਈ ਵੀ ਮੁੱਖ ਮੰਤਰੀ ਟੈਲੀਫੋਨ ਕਰ ਦਿੰਦਾ ਤੇ ਉਹਨੂੰ ਟਾਈਮ ਮਿਲ ਜਾਂਦਾ ਸੀ, ਉਹਨੂੰ ਮਿਲਦਾ ਨਹੀਂ। ਨਰਿੰਦਰ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ, ਜਦੋਂ ਫੋਨ ਕਰਦੇ ਸੀ ਤੇ ਡਾਕਟਰ ਸਾਹਿਬ ਕਹਿੰਦੇ ਸੀ ਆਓ ਜੀ, ਉਹ ਉਹਨਾਂ ਨੂੰ ਮਿਲਦੇ ਹੁੰਦੇ ਸੀ। ਹੁਣ ਹਾਲਤ ਇਹ ਹੈ ਕਿ ਨਰਿੰਦਰ ਮੋਦੀ ਹੋਣੀ ਜਿਹੜੇ ਆ ਮੁੱਖ ਮੰਤਰੀਆਂ ਦੀਆਂ ਚਿੱਠੀਆਂ ਦਾ ਜਵਾਬ ਹੀ ਨਹੀਂ ਦਿੰਦੇ ਜੀ। ਉਹ ਕਹਿੰਦੇ ਛੱਡੋ ਪਰੇ, ਆਪਾਂ ਇਹਨਾਂ ਤੋਂ ਲੈਣਾ ਕੀ ਹੈ। ਵਾਰ-ਵਾਰ ਚਿੱਠੀਆਂ ਲਿਖੀਆਂ ਜਾ ਰਹੀਆਂ, ਉਹ ਨਹੀਂ। ਪਰ ਹੁਣ ਮੈਨੂੰ ਲੱਗਦਾ ਕਿ ਲੜਾਈ ਜਿਹੜੀ ਹੈ ਕਰੋ ਤੇ ਮਰੋ ਦੀ ਆ ਗਈ। ਔਰ ਅਗਲੇ ਦਿਨਾਂ ਦੇ ਵਿੱਚ ਸ਼ਾਇਦ ਕੋਈ ਅਤਕਥਨੀ ਨਾ ਹੋਵੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜੰਤਰ ਮੰਤਰ ਦੇ ਉੱਤੇ ਜਾ ਕੇ ਧਰਨਾ ਵੀ ਦੇਣਾ ਪੈ ਜੀ। ਯਾਦ ਕਰੋ ਤੁਸੀਂ, ਇੱਕ ਵਾਰੀ ਪਹਿਲਾਂ ਵੀ ਅਜਿਹਾ ਮੌਕਾ ਸੀ ਜਦੋਂ ਵਾਜਪਾਈ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਰੇ MLAs ਨੂੰ ਨਾਲ ਲੈ ਕੇ ਜਾ ਕੇ ਧਰਨਾ ਦਿੱਤਾ ਸੀ। ਉਦੋਂ ਵੀ ਕੁਛ ਇਸ ਕਿਸਮ ਦੇ ਸੀਗਾ, CCL ਵਗੈਰਾ ਪਤਾ ਨਹੀਂ ਸ਼ਾਇਦ ਕੋਈ ਜਾਰੀ ਨਹੀਂ ਕਰਦੇ ਸੀ, ਤੇ ਫਿਰ ਉਹ ਜਾਰੀ ਕਰਨੀ ਪਈ ਸੀ। ਸੋ ਇਸ ਵੇਲੇ ਲੜਾਈ ਜਿਹੜੀ ਹੈ ਜੀ, ਉਹ ਇਹਦਾ ਮਤਲਬ ਸ਼ੁਰੂ ਤੋਂ ਹੀ ਜੇ BJP ਦੀ ਸਰਕਾਰ ਰਹੀ ਹੈ ਤਾਂ ਪੰਜਾਬ ਰੜਕਦਾ ਹੀ ਰਿਹਾ, ਭਾਵੇਂ BJP ਨਾਲ ਸੀਜ਼ਨਡ ਪੋਲੀਟੀਸ਼ੀਅਨ ਸੀ। ਨਹੀਂ, BJP ਦੇ ਸੀਜ਼ਨਡ ਪੋਲੀਟੀਸ਼ੀਅਨਾਂ ਦੇ ਵਿੱਚੋਂ ਜੇ ਆਪਾਂ ਦੇਖੀਏ, BJP ਦੇ ਜਿਹੜੇ ਫਾਊਂਡਰ ਮੈਂਬਰ ਹੈ ਉਹਨਾਂ ਦੇ ਵਿੱਚੋਂ ਸ਼ਾਂਤਾ ਕੁਮਾਰ ਇੱਕ ਹੈ। ਸ਼ਾਂਤਾ ਕੁਮਾਰ ਇਸ ਵੇਲੇ ਕੁਝ ਵੀ ਨਹੀਂ ਹੈ ਹੋਏ, ਲੇਕਿਨ ਪਿਛਲੀ ਸਰਕਾਰ ਜਿਹੜੀ ਸੀ ਨਰਿੰਦਰ ਮੋਦੀ ਹੋਰਾਂ ਦੀ 2014 ਤੋਂ 19 ਵਾਲੀ, ਉਦੋਂ ਸ਼ਾਂਤਾ ਕੁਮਾਰ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਸੀ। ਜੀ ਜੀ। ਔਰ ਸ਼ਾਂਤਾ ਕੁਮਾਰ ਵਾਲੀ ਕਮੇਟੀ ਨੇ ਸਿਫਾਰਿਸ਼ਾਂ ਕੀਤੀਆਂ ਸੀ ਕਿ ਚਿੱਟਾ ਹਾਥੀ FCI ਜਿਹੜੇ ਤੇ ਆਪਾਂ ਇਨਵੈਸਟਮੈਂਟ ਕਰਦੇ ਹਾਂ, ਗਲਤ ਕਰਦੇ ਹਾਂ, FCI ਨੂੰ ਵਿੱਚੋਂ ਕੱਢ ਦਿਓ, ਖਤਮ ਹੀ ਕਰ ਦਿਓ। ਇਹ ਸਾਜ਼ਿਸ਼ਾਂ ਤਾਂ ਬਹੁਤ ਪੁਰਾਣੀਆਂ ਚੱਲੀ ਜਾਂਦੀਆਂ, ਪਰ ਉਹ ਮੌਕਾ ਨਹੀਂ ਮਿਲਿਆ ਸੀ। ਹੁਣ ਕਿਉਂਕਿ 303 ਸੀਟਾਂ 303 ਦੀ ਬੰਦੂਕ ਆ ਗਈ ਹੱਥ 'ਚ, ਇਹ ਤੇ ਗੋਲੀ ਵੀ ਤਿੱਖੀ ਹੈ ਤਾਂ ਇਹਦਾ ਬੰਦ ਕੀਤੀ ਹੈ। ਹਾਂ 303 ਦੀ ਤਾਂ ਇਧਰ ਆ ਗਈ ਨਾ ਜਿਹੜੀ ਪੋਲੀਟੀਕਲ 303। ਹਾਂ, ਮੈਂ ਉਹੀ ਕਹੀ ਜਾਂਦਾ ਨਾ, 303 ਸੀਟਾਂ 303 ਸੀਟਾਂ ਨਾ, 303 ਤਾਂਹੀਏ ਮਾੜਾ ਵੱਜਦਾ ਨਾ ਕਿ ਇਹ ਬੜੀ ਮਾਰੂ ਹੈ। ਹਾਂ ਤਾਂਹੀਏ ਜੰਗਾਂ ਦੇ ਵਿੱਚ ਬੰਦ ਕਰਤੀ। ਇਹ ਅਸਲਾ ਹੀ ਤਾਂ ਵਾਪਸ ਲੈ ਗਿਆ ਕਿ ਇਹ ਜਿਹਦੇ ਲੱਗ ਜਾਂਦੀ ਸੀ ਜਾਨ ਹੀ ਲੈਂਦੀ ਸੀ। ਬਿਲਕੁਲ। ਇਸ ਕਰਕੇ ਮਤਲਬ ਜਿਹੜੀ ਇਹ ਗੱਲ ਕਾਫੀ ਵਿਗੜੀ ਹੋਈ ਹੈ। ਤੇ ਉੱਧਰ ਫਿਰ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਇਸ ਸੰਸਦ ਵੱਲ ਕੂਚ ਕਰਾਂਗੇ। ਹੁਣ ਗੱਲ ਇਹ ਆ ਗਈ ਕਿ ਬੜਾ ਸੋਸ਼ਲ ਮੀਡੀਆ ਦੇ ਉੱਤੇ ਢਿੱਲੋਂ ਸਾਹਿਬ ਉਹੀ ਸੋਚ ਲਓ, ਫਲਾਨਾ ਹੈ, ਧਮਕਾ, ਟ੍ਰੋਲਿੰਗ ਹੋ ਰਹੀ ਹੈ, ਇਹਨਾਂ ਦੀ ਗੱਲ ਸੁਣ ਕੇ ਜਾਇਓ, ਟਰੈਕਟਰ ਰੈਲੀ ਵਾਲੀ ਨਾ ਕਰਨ। ਉੱਧਰ ਵੀ ਤੁਹਾਨੂੰ ਪਤਾ ਵੀ ਇੱਕ BJP ਦਾ ਕੰਮ ਕਰ ਰਹੇ ਨੇ ਕੁਛ ਲੋਕ। ਦੇਖੋ 3500 ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ BJP ਦੇ ਜਿਹੜੇ 3500 ਵਲੰਟੀਅਰ ਹੈ, 3500 ਟੀਮ ਮੈਂਬਰ ਹੈ ਜਿਹੜੇ ਉਹਨਾਂ ਦੇ, ਇਹਨੂੰ ਆਪਾਂ ਕਹਿ ਸਕਦੇ ਹਾਂ ਕੀ ਕਹਿੰਦੇ IT ਸੈੱਲ ਵਾਲੇ, ਉਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਪੂਰੀ ਤਰ੍ਹਾਂ ਲੱਗੇ ਹੋਏ ਹੈ। ਜਿੱਥੇ ਉਹ ਲੱਗੇ ਹੋਏ ਆ ਉੱਥੇ ਕੁਝ ਲੋਕ ਜਿਹੜੇ ਹੈਗੇ ਸਾਡੇ ਲੋਕ, ਉਹਨਾਂ ਦਾ ਸਾਥ ਪੰਜਾਬ ਦੇ ਲੋਕ, ਉਹ ਆਪਦੇ ਜਾਣੇ ਤਾਂ ਕਹਿੰਦੇ ਕਿ ਸਾਨੂੰ ਤੇ ਅਸੀਂ ਜੀ ਪੰਜਾਬ ਵਾਸਤੇ ਖੁਦ ਮੁਖਤਿਆਰੀ ਮੰਗਦੇ ਹਾਂ। ਪਰ ਖੁਦ ਮੁਖਤਿਆਰੀ ਮੰਗਦੇ ਜਿਹੜਾ ਉਹਨਾਂ ਦੀ ਰਾਜਨੀਤੀ ਹੈ ਜਾਂ ਜਿਹੜੀ ਉਹਨਾਂ ਦੀ ਰਣਨੀਤੀ ਹੈ, ਉਹ ਰਣਨੀਤੀ ਸਪੋਰਟ ਕਿਹਨੂੰ ਕਰਦੀ ਹੈ? ਕਿਸਾਨਾਂ ਨੂੰ ਨਹੀਂ ਕਰਦੀ, ਉਹ BJP ਨੂੰ ਕਰਦੀ ਹੈ। BJP ਨੂੰ ਕਰਦੀ ਹੈ। BJP ਜੋ ਚਾਹੁੰਦੀ ਹੈ ਉਸ ਪਾਸੇ ਨੂੰ, ਮਤਲਬ ਉਹ ਉਹੀ ਕੁਛ ਕਰ ਰਹੇ। ਲੇਕਿਨ ਕਿਸਾਨਾਂ ਦਾ ਜਿਹੜਾ ਫੈਸਲਾ ਹੈ, ਕਿਸਾਨਾਂ ਨੇ ਕਿਹਾ ਸੀ ਜਾਵਾਂਗੇ। ਐਤਕੀ ਕਿਸਾਨਾਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਕਿ ਤੁਸੀਂ ਦਿੱਲੀ ਪਹੁੰਚੋ, ਬਾਰਡਰਾਂ ਤੇ ਪਹੁੰਚੋ ਜੀ। ਦਿੱਲੀ ਬਾਰਡਰਾਂ ਦੇ ਉੱਤੇ ਤੁਸੀਂ ਆਪੋ ਆਪਣੇ ਵਾਹਨਾਂ ਰਾਹੀਂ ਪਹੁੰਚੋ, ਜਿਵੇਂ ਮਰਜ਼ੀ ਪਹੁੰਚੋ। ਵਾਹਨ ਦਿੱਲੀ ਤੋਂ ਬਾਹਰ ਖੜੇ ਕਰ ਦਿਓ ਜੀ। ਆਪਣੇ ਜਿਹੜੇ ਹੈਗੇ ਕਨਵੈਂਸ, ਸਾਰੀਆਂ ਗੱਡੀਆਂ ਗੁੱਡੀਆਂ, ਉਹ ਨਹੀਂ ਤੁਹਾਡੇ ਕੋਲ ਹੈਗੇ ਆ, ਮੋਟਰਸਾਈਕਲ ਜੋ ਵੀ ਹੈ, ਉਹ ਸਾਰੇ ਦੇ ਸਾਰੇ ਬਾਹਰ ਖੜ੍ਹ ਦਿਓ ਤੇ ਉੱਥੋਂ ਪੈਦਲ ਤੁਰਾਂਗੇ। ਪੈਦਲ ਤੁਰ ਕੇ ਸੰਸਦ ਵੱਲ ਮਾਰਚ ਕਰਾਂਗੇ। ਜੇ ਆਪਾਂ ਵੇਖੀਏ 10, 12, 15 ਕਿਲੋ 20 ਕਿਲੋਮੀਟਰ ਹੈ, ਉਹ ਪੈਦਲ ਤੁਰ ਕੇ ਇੱਕ ਦਿਨ ਦੇ ਵਿੱਚ ਨਹੀਂ ਤਾਂ 2 ਦਿਨਾਂ ਪਹੁੰਚ ਜਾਣਗੇ। 2 ਦਿਨਾਂ ਪਹੁੰਚ। ਉਹਨਾਂ ਦੇ ਨਾਲ ਕੀ ਸਲੂਕ ਹੁੰਦਾ ਹੈ ਉਦੋਂ ਤੱਕ ਜਿਹੜੀਆਂ ਹੈਗੀਆਂ, ਕਿਉਂਕਿ ਇਹ ਮਈ ਦੇ ਪਹਿਲੇ 15ਵਾੜੇ ਦੌਰਾਨ ਇਹ ਇਹਨਾਂ ਦਾ ਜਾਣ ਦਾ ਫੈਸਲਾ ਹਾਲੇ ਤਾਰੀਖ ਪੱਕੀ ਨਹੀਂ ਕੀਤੀ। ਤੇ ਉਹ ਤੋਂ ਪਹਿਲਾਂ ਜਿਹੜਾ ਹੈਗਾ ਸਾਰਾ ਤੁਹਾਡਾ ਅਪ੍ਰੈਲ ਦਾ ਮਹੀਨਾ ਤੇ ਮਾਰਚ ਦਾ ਮੁੱਢਲਾ ਮਹੀਨਾ, ਇਸ ਮਹੀਨੇ ਦੇ ਵਿੱਚ ਉਹਨਾਂ ਨੇ ਲਗਾਤਾਰ ਆਪਣੀਆਂ ਸਰਗਰਮੀਆਂ ਜਾਰੀ ਰੱਖਣੀਆਂ। ਨਾਲ ਕਣਕ ਉਦੋਂ ਤੱਕ ਸੰਭਲ ਜੂਗੀ, ਕਣਕ ਉਦੋਂ ਤੱਕ ਸੰਭਲਣੀਆਂ। ਜਿਹੜੀਆਂ ਆਪਾਂ ਜੋ ਇਹਨਾਂ ਦਾ ਪ੍ਰੋਗਰਾਮ ਹੈ, ਉਸ ਪ੍ਰੋਗਰਾਮ ਦੇ ਮੁਤਾਬਕ ਇਹਨਾਂ ਨੇ ਜਿਹੜੇ ਜੋ ਕੁਛ ਲਿਖਿਆ ਪ੍ਰੋਗਰਾਮ, ਉਹਦੇ ਵਿੱਚ ਵੀ 10 ਅਪ੍ਰੈਲ ਨੂੰ ਕੁੰਡਲੀ ਮਾਨੇਸਰ ਪਲਵਲ ਜੀ, ਔਰ ਦੂਜੇ ਪਾਸੇ ਕੁੰਡਲੀ ਗਾਜ਼ੀਆਬਾਦ ਤੇ ਪਲਵਲ 10 ਅਪ੍ਰੈਲ ਤੋਂ ਲੈ ਕੇ ਅਗਲੇ ਦਿਨ ਤੱਕ ਜੀ, ਮਤਲਬ 11 ਅਪ੍ਰੈਲ 24 ਘੰਟਿਆਂ ਦੇ ਲਈ ਇਹਨੂੰ ਜਾਮ ਰੱਖਣਾ ਹੈ। 5 ਅਪ੍ਰੈਲ ਨੂੰ ਸਾਰੇ ਦੇਸ਼ ਦੇ ਵਿੱਚ ਜਿੱਥੇ FCI ਦੇ ਦਫ਼ਤਰ ਹੈ ਉਹਨਾਂ ਦਾ ਘਿਰਾਓ ਕਰਨਾ ਹੈ ਜੀ। 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਹੈ ਜਿਹੜਾ ਜੀ, ਉਹ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਦੇ ਉੱਤੇ, 11 ਸਰਹੱਦਾਂ ਦੇ ਉੱਤੇ ਮਨਾਇਆ ਜਾਊਗਾ। ਵਿਸਾਖੀ ਦਾ ਤਿਉਹਾਰ ਹੈ ਜਿਹੜਾ, ਇਹਨੂੰ ਵਿਸਾਖੀ ਦੇ ਮੇਲੇ ਦੇ ਰੂਪ 'ਚ ਨਹੀਂ ਦੇਖਣਾ ਚਾਹੀਦਾ। ਵਿਸਾਖੀ ਦੇ ਤਿਉਹਾਰ ਦੇ ਦੋ ਵੱਡੇ ਮਹੱਤਵਪੂਰਨ ਜਿਹੜੇ ਹੈਗੇ, ਇੱਕ ਤਾਂ ਇਹ ਕਿ 13 ਅਪ੍ਰੈਲ 1699 ਨੂੰ ਖਾਲਸੇ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਕੀਤੀ ਸੀ। ਦੂਜੀ ਜਿਹੜੀ ਹੈਗੀ ਹੈ 13 ਅਪ੍ਰੈਲ ਦਾ ਦਿਨ ਹੀ ਉਹ ਸੀ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾ ਕੇ ਤੇ
ਸੈਂਕੜੇ ਲੋਕਾਂ ਨੂੰ ਭੁੰਨ ਦਿੱਤਾ ਸੀ। ਹੂੰ ਇਸ ਕਰਕੇ ਪੰਜਾਬੀਆਂ ਦੇ ਜਿਹੜੀ ਹੈਗੀ ਹੈ ਜ਼ਿਹਨ ਦੇ ਵਿੱਚ ਜੀ 13 ਅਪ੍ਰੈਲ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਔਰ ਉਹਨਾਂ ਨੇ ਕਿਹਾ ਕਿ 13 ਅਪ੍ਰੈਲ ਅਸੀਂ ਉੱਥੇ ਹੀ ਮਨਾਵਾਂਗੇ। ਹੂੰ ਫਿਰ ਜਦੋਂ ਅਸੀਂ ਜਲਿਆਂਵਾਲੇ ਬਾਗ ਦੀ ਗੱਲ ਕਰਦੇ ਹਾਂ ਤੇ ਫਿਰ ਉਹ ਲੰਡਨ ਵਾਲਾ ਵੀ ਆ ਜਾਂਦਾ, ਫੜ ਲਓ ਲੰਡਨ ਵਾਸੀ, ਉਹ ਮੈਂ ਖੜਾ ਪੁਕਾਰਾਂ। ਜੀ। ਉਹ ਕੌਣ ਸੀ? ਉਹ ਸ਼ਹੀਦ ਊਧਮ ਸਿੰਘ ਹੋਰਾਂ ਸੀ। 14 ਅਪ੍ਰੈਲ ਨੂੰ ਕਹਿੰਦੇ ਜੀ ਫਿਰ ਡਾਕਟਰ BR ਅੰਬੇਦਕਰ ਸਾਹਿਬ ਦਾ ਜਨਮ ਦਿਨ ਹੈ ਔਰ ਉਸ ਜਨਮ ਦਿਨ ਨੂੰ ਸੰਵਿਧਾਨ ਬਚਾਓ ਦਿਵਸ ਵਜੋਂ ਮਨਾਉਣਾ, ਕਿਉਂਕਿ ਇਸ ਵੇਲੇ ਸੰਵਿਧਾਨ ਨੂੰ ਸਭ ਤੋਂ ਵੱਡੀ ਥ੍ਰੈਟ ਹੈ। ਸੰਵਿਧਾਨ ਦੀਆਂ ਜਿਹੜੀਆਂ ਹੈਗੀਆਂ ਧਰਾਵਾਂ ਨੂੰ ਰੋਲਿਆ ਜਾ ਰਿਹਾ। 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹੈ, ਉਹਨੂੰ ਵੀ ਕਹਿੰਦੇ ਜੀ ਅਸੀਂ ਇੱਥੇ ਮਨਾਉਣਾ। ਔਰ ਇਹ ਅਸੀਂ ਸਾਰੀਆਂ ਚੀਜ਼ਾਂ ਦੇਖੀਆਂ। ਉਹਨਾਂ ਨੇ ਨਾਲ ਦੀ ਨਾਲ ਹੀ ਆਪਣੇ ਪ੍ਰੋਗਰਾਮ ਬਣਾਏ ਹੋਏ ਹੈ ਕਿ ਉਦੋਂ ਤੱਕ ਜਿਹੜੀ ਹੈਗੀ ਹੈ ਟੋਟਲ ਜਿਹੜੇ ਸਰਗਰਮ ਰਹਿਣਗੇ। ਸੋ ਜਿਨ੍ਹਾਂ ਸੱਜਣਾ ਨੇ ਆਪਣਾ ਕੰਮ ਕਰਨਾ ਉਹ ਕਰੀ ਜਾਂਦੇ ਹੈ, ਉਹ ਟਰੋਲਿੰਗ ਕਰੀ ਜਾਣ, ਜੋ ਮਰਜ਼ੀ ਕਹੀ ਜਾਣ। ਕਿਸਾਨ ਸੁਚੇਤ ਹੈ, ਕਿਸਾਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਪਣੀ ਮੂਵਮੈਂਟ ਕਿਵੇਂ ਚਲਾਉਣੀ ਹੈ ਤੇ ਜੇ ਇੱਥੋਂ ਤੱਕ ਉਹ ਲੈ ਕੇ ਆਏ ਹੈ ਤਾਂ ਇਹ ਮੂਵਮੈਂਟ ਕਿਸਾਨਾਂ ਦੀ ਆਪਾਂ ਲਿਆਕਤੀ ਕਵਾਂਗੇ, ਉਹਨਾਂ ਦੀ ਯੋਗਤਾ। ਦੇਖੋ ਹਰਿਆਣੇ 'ਚ ਇਹਦਾ ਹਿਸਾਰ ਉੱਤਰ ਨਹੀਂ ਦਿੱਤਾ ਜਹਾਜ਼। ਅੱਛਾ ਜੀ। ਇਹਦਾ ਆਪਣੇ ਕੀ ਕਹਿੰਦੇ ਆ ਦਸ਼ਯੰਤ ਦਾ ਜੀ ਅੱਜ ਬੜੇ ਉਹਨੇ ਫੰਕਸ਼ਨ ਰੱਖੇ ਸੀ ਹਿਸਾਰ, ਤੇ ਬੜੀ ਪੁਲਿਸ ਛਾਉਣੀ ਤੇ ਐਨ ਜਿਹੜਾ ਕਲੱਬ ਵਾਲਾ ਏਰੀਆ ਬਾਈਪਾਸ ਤੋਂ ਜਦੋਂ ਆਪਾਂ ਜਾਂਦੇ ਹਾਂ ਦਿੱਲੀ ਨੂੰ, ਜਿਹੜਾ ਸੱਜੇ ਪਾਸੇ ਦਾ ਸ਼ਹਿਰ ਆ ਜਾਂਦਾ, ਖੱਬੇ ਪਾਸੇ ਅੱਗੇ ਜਾ ਕੇ ਉਹ ਜਿੱਥੇ ਉਜਾੜ ਜਾ ਆਉਂਦਾ ਉੱਥੇ ਕਲੱਬ ਹੈ, ਜਿੱਥੇ ਫਲਾਈਂਗ ਕਲੱਬ, ਉੱਥੇ ਉਤਰਦਾ ਹੀ ਨਹੀਂ ਉਤਰਨ ਦਿੱਤਾ ਜੀ। ਪਾ ਲਿਆ ਘੇਰਾ, ਐਨ ਮੁੜਨਾ ਪੈ ਗਿਆ ਕਹਿੰਦੇ। ਅੱਛਾ ਹਾਂ ਆਹ ਚੀਜ਼ ਹੈ। ਪੈਰ ਹੀ ਨਹੀਂ ਲੱਗਣ ਦਿੱਤੇ ਹੈਲੀਕਾਪਟਰ ਜੇ ਥੱਲੇ ਕਹਿੰਦੇ। ਹੈਲੀਕਾਪਟਰ ਦੇ ਪੈਰ ਤਾਂ ਲੱਗਣੇ, ਇਹਦਾ ਮਤਲਬ ਫੋਰਸ ਵਗੈਰਾ ਜਿਹੜੀ ਬੇਬਸ ਹੋ ਗਈ। ਫੋਰਸ ਬੇਬਸੀ ਹੈ ਜੀ ਜਦੋਂ ਇੰਨੇ ਇਕੱਠੇ ਹੋ ਗਏ। ਕਿੰਨੇ ਕੁ ਲੋਕ, ਕਿੰਨੇ ਹਜ਼ਾਰਾਂ? ਹਜੇ ਬਹੁਤ ਹਜ਼ਾਰਾਂ ਦੀ ਗਿਣਤੀ ਹੈ ਜੀ। ਚਿੱਟੀਆਂ ਹੀ ਪੱਗਾਂ ਦਿਸਦੀਆਂ ਸੀ ਉੱਥੇ, ਸਾਫੇ ਹੀ ਨਹੀਂ ਦੇ ਸਿਰਾਂ ਤੇ, ਚਿੱਟੇ ਕੁੜਤੇ ਪਜਾਮੇ, ਚਿੱਟੀਆਂ ਧੋਤੀਆਂ ਤੇ ਚਿੱਟੇ ਹੀ ਸਾਫੇ। ਜੀ ਜੀ ਜੀ। ਤੇ ਇਹਦਾ ਮਤਲਬ ਤਾਂ ਹੁਣ ਇਹਦਾ ਨਹੀਂ ਨਾ, ਹੁਣ ਹਿਸਾਰ ਤਾਂ ਨਾਲੇ ਹੈ ਵੀ ਠੋਸ ਜਾਟਲੈਂਡ ਹੈ, ਬਾਗੜੀਆਂ ਦਾ ਪੂਰਾ ਬਾਗੜ ਇਲਾਕਾ। ਉਦੋਂ ਅੱਗੇ ਤਾਂ ਫਿਰ ਦੂਜਾ ਸ਼ੁਰੂ ਹੋ ਜਾਂਦਾ। ਚਲੋ ਇਹ ਸਾਡੇ ਵਾਸਤੇ ਇੱਕ ਸ਼ੁਭ ਸ਼ਗਨ ਹੈ। ਇਹ ਨਹੀਂ ਕਹਿਣਗੇ ਕਿ ਇਹ ਅੱਤਵਾਦੀ ਹੈ ਤੇ ਖਾਲਿਸਤਾਨੀ ਹੈ। ਇਹ ਨਹੀਂ ਕਹਿਣਗੇ ਕਿ ਇਹ ਜਿਹੜੇ ਹੈਗੇ ਜੀ ਇਹ ਮਾਓਵਾਦੀ ਹੈ। ਉਹ ਤਾਂ ਫਿਰ ਉਹ ਤਾਂ ਵਿਚਾਰੇ ਪੰਜਾਬੀ ਵੀ ਨਹੀਂ ਬੋਲਦੇ, ਉਹ ਤਾਂ ਬੋਲਦੇ ਵੀ ਬਾਗੜੀ ਹੈ ਜੀ। ਤੇ ਢਿੱਲੋਂ ਸਾਹਿਬ ਫਿਰ ਉਧਰ ਬੰਬੇ ਹਾਈ ਕੋਰਟ ਨੇ ਪਰਮਵੀਰ ਦੀ ਵੀ ਡਾਕ ਬਣਾਤੀ ਕਹਿੰਦੇ। ਉਹ ਡਾਕ ਬਣਾਉਣੀ ਪੈਣੀ ਸੀਗੀ ਜੀ। ਡਾਕ ਬੰਬੇ ਹਾਈ ਕੋਰਟ ਨੇ ਬਣਾਈ ਹੈ ਕਿਉਂਕਿ ਉਹਨੇ ਜਿਹੜਾ ਇਲਜ਼ਾਮ ਲਾਇਆ ਜੀ, ਇਲਜ਼ਾਮ ਲਾਇਆ ਉਹਨੇ, ਜਿਹੜੇ ਅਨਿਲ ਦੇਸ਼ਮੁਖ ਹੈ ਗ੍ਰਹਿ ਮੰਤਰੀ ਜੀ। ਇਲਜ਼ਾਮ ਕਦੋਂ ਲਾਇਆ? ਹਾਂ ਇਲਜ਼ਾਮ ਉਦੋਂ ਲਾਇਆ ਜਦੋਂ ਉਹਨਾਂ ਦੀ ਬਦਲੀ ਕਰਤੀ ਸੀ, ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਕਿਉਂਕਿ ਜਿਹੜਾ ਅੰਬਾਨੀ ਫੈਮਿਲੀ ਹੈ, ਅੰਬਾਨੀ ਫੈਮਿਲੀ ਦੇ ਮਹਿਲ ਦੇ ਸਾਹਮਣੇ ਜੀ ਇੱਕ ਸਕਾਰਪੀਓ ਗੱਡੀ ਖੜੀ ਸੀ ਜਿਹਦੇ ਵਿੱਚ ਕਾਫੀ ਸਾਰਾ ਵਿਸਫੋਟਕ ਸਮਾਨ ਸੀ ਜੀ। ਉਹ ਜਦੋਂ ਵਿਸਫੋਟਕ ਸਮਾਨ ਬਰਾਮਦ ਹੋ ਗਿਆ ਤੇ ਫਿਰ ਉਹਦੀ ਜਾਂਚ ਲਾਤੀ ਸੀ। ਜਾਂਚ ਜਿਸ ਇੰਸਪੈਕਟਰ ਨੂੰ ਲਾਈ ਸੀ ਉਹਦਾ ਨਾਂ ਸਚਿਨ ਵਜੇ ਜੀ। ਤੇ ਸਚਿਨ ਵਜੇ ਹੀ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ ਕਿਉਂਕਿ ਮਨਮੁਖ ਜਿਹਦੀ ਗੱਡੀ ਦੇ ਵਿੱਚ ਸਮਾਨ ਰੱਖਿਆ ਸੀ ਉਹਦੀ ਡੈੱਡ ਬੋਡੀ ਮਿਲ ਗਈ ਸੀ ਜੀ। ਤੇ ਮਨਮੁਖ ਦੀ ਵਾਈਫ ਨੇ ਇਹ ਗੱਲ ਕਹੀ ਸੀ ਕਿ ਮੇਰੇ ਹਸਬੈਂਡ ਨੂੰ ਜਿਹੜਾ ਸਚਿਨ ਵਜੇ ਨੇ ਹੀ ਬੁਲਾਇਆ ਸੀ ਔਰ ਇੱਕ ਸਮੇਂ ਤੱਕ ਉਹਦਾ ਟੈਲੀਫੋਨ ਚੱਲਦਾ ਰਿਹਾ, ਬਾਅਦ ਦੇ ਵਿੱਚ ਉਹਦਾ ਟੈਲੀਫੋਨ ਬੰਦ ਹੋ ਗਿਆ, ਜਿਹਦਾ ਉਹਦਾ ਇਲਜ਼ਾਮ ਲੱਗਿਆ। ਔਰ ਉਹ ਇਲਜ਼ਾਮ ਜਿਹੜਾ ਮੀਡੀਆ ਦੇ ਵਿੱਚ ਆ ਗਿਆ ਤਾਂ ਉਹ ਤੋਂ ਬਾਅਦ ਫਿਰ ਉਹਦੀ ਜਾਂਚ ਸ਼ੁਰੂ ਹੋਈ ਜੀ। ਪੋਸਟਮਾਰਟਮ ਦੇ ਵਿੱਚ ਪੁਸ਼ਟੀ ਹੋ ਗਈ ਕਿ ਉਹ ਬੰਦੇ ਦੀ ਜਿਹੜੀ ਹੈ ਕੁਦਰਤੀ ਮੌਤ ਨਹੀਂ ਹੋਈ, ਨਾ ਉਹ ਆਤਮ ਹੱਤਿਆ, ਉਹਦਾ ਕਤਲ ਕੀਤਾ ਗਿਆ ਸੀ। ਇਹ ਮਾਮਲਾ ਜਿਹੜਾ ਕੇਂਦਰ ਨੇ ਜਾ ਕੇ NIA ਨੂੰ ਦਿੱਤਾ, NIA ਨੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਮਹਾਰਾਸ਼ਟਰ ਦੀ ਸਰਕਾਰ ਨੇ ਜਿਹੜਾ ਬੰਬੇ ਪੁਲਿਸ ਦਾ ਸਭ ਤੋਂ ਵੱਡਾ ਅਫਸਰ ਸੀ, ਕਮਿਸ਼ਨਰ ਪੁਲਿਸ CP ਪਰਮਵੀਰ ਸਿੰਘ, ਇਹਨੂੰ ਬਦਲਤਾ। ਪਰਮਵੀਰ ਸਿੰਘ ਨੇ ਫਿਰ ਇੱਕ ਚਿੱਠੀ ਲਿਖ ਦਿੱਤੀ ਉद्धਵ ਠਾਕਰੇ ਨੂੰ ਜੀ ਕਿ ਜਿਹੜੇ ਸਾਡੇ ਗ੍ਰਹਿ ਮੰਤਰੀ ਹੈ ਦੇਸ਼ਮੁਖ ਸਾਹਿਬ, ਅਨਿਲ ਦੇਸ਼ਮੁਖ, ਇਹਨਾਂ ਨੇ ਜਿਹੜਾ ਕੀ ਉਹਨੂੰ ਕਹਾਂਗੇ ਚੇਨ ਆਫ ਕਮਾਂਡ ਤੋੜਦੇ ਆ, ਆਪਦੇ ਘਰ ਦੇ ਵਿੱਚ ਇੱਕ ਮੀਟਿੰਗ ਬੁਲਾਈ ਹੈ ਜਿਹੜੇ ASPS ਜਿਹੜੇ ਛੋਟੇ ਅਫਸਰਾਂ ਦੀ, ਤੇ ਉਹਨਾਂ ਵਿੱਚ ਇਹ ਜਿਹੜਾ ਸੀ ਸਚਿਨ ਵਜੇ ਵੀ ਸੀ। ਸਚਿਨ ਵਜੇ ਨੂੰ ਇਹ ਗੱਲ ਕਹੀ ਗਈ ਹੈ ਕਿ ਤੂੰ 100 ਕਰੋੜ ਰੁਪਈਆ ਡੇਲੀ ਉਗਰਾਉਣਾ। ਕਿੱਥੋਂ ਉਗਰਾਉਣਾ? 12 ਦੇ ਵਿੱਚੋਂ ਜੀ, ਮਾਲਾਂ ਦੇ ਵਿੱਚੋਂ। ਤੁਹਾਨੂੰ ਪਤਾ ਵੀ ਬੰਬੇ ਆਰਥਿਕ ਰਾਜਧਾਨੀ, ਉੱਥੇ ਵੱਡੇ ਵੱਡੇ ਲੋਕ ਹੀ ਮਾਲ ਬਿਲਕੁਲ ਹਾਂ, ਉੱਥੇ ਨਾਲੇ ਡਾਂਸ ਬਾਰਾਂ ਜਿਹੜੀਆਂ ਬੀਅਰ ਬਾਰਾਂ ਤੋਂ ਉਹਦਾ ਕੰਮ ਹੀ ਤੁਹਾਨੂੰ ਪਤਾ ਵੀ ਅਰਬਾਂ ਖਰਬਾਂ ਦਾ। ਹਾਂ, ਉਹ ਕਹਿੰਦੇ ਵੀ 100 ਕਰੋੜ ਰੁਪਈਆ ਰੋਜ਼ ਦਾ। ਇਹ ਚਿੱਠੀ ਲਿਖ ਦਿੱਤੀ ਉद्धਵ ਠਾਕਰੇ ਨੂੰ। ਉद्धਵ ਠਾਕਰੇ ਨੇ ਖੈਰ ਉਹਨਾਂ ਨੇ ਹੁਣੇ ਦੀ ਇਨਕੁਆਇਰੀ ਕਰਵਾਉਣ ਦਾ ਫੈਸਲਾ ਕਰ ਲਿਆ ਤੇ ਉਹ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਇਨਕੁਆਇਰੀ ਅਫਸਰ ਨਿਯੁਕਤ ਵੀ ਕਰ ਦਿੱਤਾ ਹੈਗੇ।
ਪਰ ਉਹ ਇੱਥੇ ਨਹੀਂ ਰੁਕੇ। ਪਰਮਵੀਰ ਸਿੰਘ ਫਿਰ ਸੁਪਰੀਮ ਕੋਰਟ ਚਲੇ ਗਏ। ਅੱਛਾ ਜੀ। ਉੱਥੇ ਜਾ ਕੇ ਪਟੀਸ਼ਨ ਪਾਤੀ ਜੀ, ਕਹਿੰਦੇ ਮੇਰੀ ਬਦਲੀ ਵੀ ਗਲਤ ਕੀਤੀ ਹੈ ਤੇ ਆ ਮੇਰੇ ਇਲਜ਼ਾਮ ਹੈ ਤੇ ਇਹਦੀ ਜਾਂਚ ਕਰਾਓ। ਸੁਪਰੀਮ ਕੋਰਟ ਨੇ ਕਹਿੰਦਾ ਨਹੀਂ, ਪਹਿਲਾਂ ਹਾਈ ਕੋਰਟ ਜਾਓ। ਹਾਈ ਕੋਰਟ ਚਲੇ ਗਏ ਜੀ, ਉੱਥੇ ਵੀ ਉਹੀ ਪਟੀਸ਼ਨ ਪਾਤੀ। ਹਾਈ ਕੋਰਟ ਦੇ ਵਿੱਚ ਕੱਲ ਜਿਹੜੇ ਚੀਫ ਜਸਟਿਸ ਹੈ ਬੰਬੇ ਹਾਈ ਕੋਰਟ ਦੇ, ਉਹਨਾਂ ਦੀ ਅਗਵਾਈ ਵਾਲਾ 2 ਮੈਂਬਰੀ ਬੈਂਚ ਸੀ ਸੁਣਵਾਈ ਕਰਦਾ। ਉਹਨਾਂ ਨੇ ਪਹਿਲੀ ਗੱਲ ਕੀਤੀ ਕਿ ਮਿਸਟਰ ਪਰਮਵੀਰ ਸਿੰਘ, ਤੁਸੀਂ ਸਧਾਰਨ ਵਿਅਕਤੀ ਨਹੀਂ, ਤੁਸੀਂ ਪੁਲਿਸ ਕਮਿਸ਼ਨਰ ਹੋ। ਤੁਸੀਂ ਇਹ ਡਿਮਾਂਡ ਤਾਂ ਕਰ ਲਈ ਕਿ ਇਹਦੀ ਜਾਂਚ ਜਿਹੜੀ ਹੈ CBI ਤੋਂ ਕਰਵਾਈ ਜਾਵੇ। ਕੇਸ ਹਾਲੇ ਤੱਕ ਰਜਿਸਟਰ ਨਹੀਂ ਹੋਇਆ, ਤੂੰ ਕੇਸ ਰਜਿਸਟਰ ਕਿਉਂ ਨਹੀਂ ਕੀਤਾ? ਕੇਸ ਰਜਿਸਟਰ ਹੋਏ ਤੋਂ ਬਗੈਰ CBI ਦੀ ਇਨਕੁਆਇਰੀ ਸਿੱਧੀ ਕਿਵੇਂ ਲੱਗ ਜੂਗੀ? ਪਹਿਲਾਂ ਕੇਸ ਰਜਿਸਟਰ ਕਰਾਓ, ਸਾਡੇ ਪ੍ਰਵਿਊ 'ਚ ਨਹੀਂ ਹੈ। ਉਹਨਾਂ ਨੇ ਕੋਈ ਹਵਾਲੇ ਦਿੱਤੇ ਜੀ ਫਲਾਨਾ ਵੀ ਹੋਇਆ ਸੀ, ਧਮਕਾ ਹੋਇਆ ਸੀ, ਕਹਿੰਦੇ ਨਹੀਂ ਉਧਰ ਹੋਰਾਂ ਲਈ ਹੋ ਰਿਹਾ, ਉਧਰ ਜਨਤਕ ਹਿੱਤ ਜਿਹੜੇ ਜਨ ਹਿੱਤ ਪਟੀਸ਼ਨਾਂ ਸੀ ਆਮ ਲੋਕਾਂ ਦੀਆਂ, ਇਧਰ ਇੱਕ ਪੁਲਿਸ ਅਫਸਰ ਹੈ। ਤੇ ਉਹਨੇ ਫਿਰ ਕਿਹਾ ਕਿ ਜਿਹੜਾ ਇਲਜ਼ਾਮ ਲਾ ਰਿਹਾ ਹੈ, ਇਹ ਜਿਸ ਬੰਦੇ ਦੇ ਖਿਲਾਫ ਇਲਜ਼ਾਮ ਲਾ ਰਿਹਾ ਹੈ, ਚਲੋ ਹੁਣ ਤੂੰ ਹੈਗਾ, ਤੂੰ ਘੱਟੋ ਘੱਟ ਕੰਪਲੇਂਟ ਤਾਂ ਕੀਤੀ ਹੁੰਦੀ। ਜੀ ਇਕੱਲੀ ਮੁੱਖ ਮੰਤਰੀ ਨੂੰ ਚਿੱਠੀ ਲਿਖਤੀ, ਪੁਲਿਸ ਅਫਸਰ ਨੂੰ ਤਾਂ ਪਤਾ ਹੈ CRPC ਦੇ ਤਹਿਤ ਤੇਰੇ ਕੋਲ ਪਾਵਰ ਹੈ, ਤੂੰ ਜਾ ਕੇ ਉਹ ਗੱਲ ਕਰ ਸਕਦਾ। ਇਹਦੇ ਤੇ ਫਿਰ ਉਹ ਕਹਿੰਦੇ ਵੀ ਤੂੰ ਆਪਣੇ ਆਪ ਨੂੰ ਕਾਨੂੰਨ ਤੋਂ ਥੋੜਾ ਜਿਹਾ ਉੱਚਾ ਸਮਝਦਾ, ਲੇਕਿਨ ਕਾਨੂੰਨ ਸਭ ਤੋਂ ਉੱਚਾ ਹੈ। ਇਹ ਪੋਲੀਟੀਸ਼ੀਅਨਾਂ ਤੋਂ ਵੀ ਉੱਚਾ, ਇਹ ਬਿਊਰੋਕਰੇਟਸ ਤੋਂ ਵੀ ਉੱਚਾ ਹੈ। ਤੇ ਇਹ ਤੁਸੀਂ ਜਿਹੜੀਆਂ ਵਹਿਬਤਾਂ ਕਰਦੇ ਹੋ, ਵਹਿਬਤਾਂ ਨਾ ਬੰਦ ਕਰ ਦਿਓ। ਹੁਣ ਜਿਹੜੀ ਕੱਲ ਖਚਾਈ ਕੀਤੀ ਹੈ, ਉਸ ਖਚਾਈ ਤੋਂ ਘੱਟੋ ਘੱਟ ਮਹਾਰਾਸ਼ਟਰ ਸਰਕਾਰ ਦਾ ਜਿਹੜਾ ਇਲਜ਼ਾਮ ਹੈ ਉਹਦੀ ਪੁਸ਼ਟੀ ਹੁੰਦੀ ਹੈ। ਤੇ ਉਹ ਇਲਜ਼ਾਮ ਕੀ ਹੈ? ਉਹ ਇਲਜ਼ਾਮ ਇਹ ਹੈ ਕਿ ਕੁਝ ਸੀਨੀਅਰ ਪੁਲਿਸ ਅਫਸਰਾਂ ਨੂੰ, ਜਿਨ੍ਹਾਂ ਨੂੰ ਉਹ ਦਾਗੀ ਕਹਿੰਦੇ ਹੈ ਮਹਾਰਾਸ਼ਟਰ ਪੁਲਿਸ ਵਾਲੇ, ਉਹਨਾਂ ਦੀ ਮਦਦ ਦੇ ਨਾਲ ਜਿਹੜੀ ਤੁਹਾਡੀ ਭਾਰਤੀ ਜਨਤਾ ਪਾਰਟੀ ਹੈ ਤੇ ਕੇਂਦਰੀ ਜਿਹੜੀ ਹੈਗੀ ਹੈ ਸਰਕਾਰ ਜੀ, ਉਹ ਕੇਂਦਰੀ ਸਰਕਾਰ ਉਧਵ ਠਾਕਰੇ ਦੀ ਸਰਕਾਰ ਨੂੰ ਡੀਸਟੇਬਲਾਈਜ਼ ਕਰਨ ਲਈ ਯਤਨਸ਼ੀਲ ਹੈ। ਔਰ ਅਫਸਰ, ਕਿਉਂਕਿ ਤੁਹਾਨੂੰ ਪਤਾ ਵੀ ਇਸ ਵੇਲੇ ਸਰਕਾਰ ਤਾਂ ਉਹ ਜਿਹੜੀ ਹੈ ਤਿੰਨ ਟੰਗੀ ਸਰਕਾਰ, ਇੱਕ ਪਾਰਟੀ ਕੋਲੇ ਸਪਸ਼ਟ ਬਹੁਮਤ ਤਾਂ ਹੈ ਨਹੀਂ, ਇੱਕ ਪਾਰਟੀ ਉਹਨਾਂ ਚੋਂ ਨਿਕਲ ਗਈ, ਤਿੰਨਾਂ ਦੇ ਵਿੱਚੋਂ ਇੱਕ ਨਿਕਲ ਗਈ ਤਾਂ ਡਿੱਗ ਪਈ ਸਰਕਾਰ। ਇਹ ਉਹ ਇਸ ਤਰ੍ਹਾਂ ਵੀ ਇਸ ਸਰਕਾਰ ਨੂੰ ਬਦਨਾਮ ਕੀਤਾ ਜਾਵੇ। ਔਰ ਨਾਲ ਇਹ ਗੱਲ ਕਹੀ ਗਈ ਹੈ ਕਿ ਕਿਉਂਕਿ ਹੁਣ ਕੁਝ ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਹੈ ਉਹ ਸਮਝਦੇ ਆ ਕਿ 2 ਮਈ ਨੂੰ ਚੋਣਾਂ ਹੋਣੀਆਂ, ਰਿਜ਼ਲਟ ਆਉਣੀ। ਜੇ ਰਿਜ਼ਲਟ ਨੈਗੇਟਿਵ ਆ ਗਏ BJP ਦੇ, ਫਿਰ BJP ਦੇ ਕੋਲ ਤਾਂ ਰਹੀ ਕੱਖ ਨਹੀਂ। ਉਹਨੂੰ ਕਾਊਂਟਰ ਕਰਨ ਵਾਸਤੇ ਕਿ ਭਾਵੇਂ ਉਹ ਰਿਜ਼ਲਟ ਆ ਜਾਣ, ਉਦੋਂ ਤੱਕ ਜਿਹੜੀ ਹੈਗੀ ਹੈ ਮਹਾਰਾਸ਼ਟਰ ਦੀ ਸਰਕਾਰ ਨੂੰ ਡੇਗਣ ਦਾ ਪ੍ਰਬੰਧ ਕਰ ਲਿਆ ਜਾਵੇ ਜੀ। ਸੋ ਇਹ ਉਹਨਾਂ ਦਾ ਜਿਹੜਾ ਇਲਜ਼ਾਮ ਸੀ, ਉਹਦੀ ਪੁਸ਼ਟੀ ਹੁੰਦੀ ਹੈ ਜਿਹੜੀ ਕੱਲ ਬੰਬੇ ਹਾਈ ਕੋਰਟ ਨੇ ਖਚਾਈ ਕੀਤੀ ਹੈ ਪਰਮਵੀਰ ਸਿੰਘ ਦੀ ਜੀ। ਸੋ ਮਿਹਰਬਾਨੀ ਢਿੱਲੋਂ ਸਾਹਿਬ, ਸ਼ੁਕਰੀਆ ਜੀ। ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ।